बीते दिनों के अनाउंस कर दिता कि श्रोमणी अकाली पंथ उस दे विच की लोड़ पै गई अकाली दल तो वखरे हो के चीज़ों धर्म उपर रहे सियासत थले रहे, पर उल्टा हो गया कि श्रोमणी अकाली दल ज्यों ज्यों ताकतां च आया ਜਿਹੜੇ ਵਰਕਰਾਂ ਨੂੰ ਐਮਐਲਏ ਟਿਕਟ ਨਹੀਂ ਸੀ ਮਿਲਦੀ ਉਹਨੂੰ ਚੱਕ ਕੇ ਭਾਵੇਂ ਉਹ ਯੋਗ ਸੀ ਜਾਂ ਨਹੀਂ ਯੋਗ ਸੀ ਉਹਨੂੰ ਚੁੱਕ ਕੇ ਸ਼੍ਰੋਮਣੀ ਕਮੇਟੀ ਦੀ ਟਿਕਟ ਦੇ ਦਿੰਦੇ। ਉਹਦਾ ਸਾਰਾ ਧਿਆਨ ਲੀਡਰਾਂ ਦੀਆਂ ਗੱਡੀਆਂ 'ਚ ਹੀ ਰਹਿੰਦਾ। लगातार तुसीं सवाल चुकते रहे श्रोमणी अकाली दल के उत्ते अजिहा कहते रहे कि लिफाफिਆਂ ਦੇ ਵਿੱਚ ਨਿਕਲਦੇ ਰਹੇ इस तरीके नाल हुण नहीं निकलना, हुण की लोड़ पै गई कि हुण वखरा हो के लगातार तुसीं माड़ा कहते रहे उन्हां नूं। ਹੁਣ ਮੈਂਬਰ ਜਿਹੜਾ ਜੀ ਉਹਨੇ ਤਾਂ ਕਦੇ ਸਮਝਿਆ ਹੀ ਨਹੀਂ ਕਿ ਮੈਂ ਉੱਥੇ ਮੈਂਬਰ ਹਾਂ ਤੇ ਮੇਰੀ ਬੜੀ ਵੱਡੀ ਤਾਕਤ ਹੈ, ਮੇਰੀ ਡਿਊਟੀ ਕੀ ਹੈ। ਉਹ ਵੀ ਇਹਨਾਂ ਦੀ ਗੱਡੀਆਂ 'ਚ ਹੀ ਬੈਠੇ ਰਹਿੰਦੇ। ਮਤਲਬ ਨੁਕਸਾਨ ਕਿਹਦਾ ਹੁੰਦਾ, ਸਸਤਾ ਤਾਂ ਹੁੰਦਾ ਨਾ। ਬਾਦਲ ਦੀ ਗੱਡੀ 'ਚ ਬੈਠੇ ਰਹਿੰਦੇ। ਚਲੋ ਮੈਂ ਵੀ ਵਿੱਚੇ ਸੀ, ਮੈਂ ਵੀ ਮੈਂਬਰ ਦੀ ਤੌਰ ਤੇ ਪ੍ਰਧਾਨ ਤੇ ਮੈਂ ਵੀ ਬੈਠਦੀ ਸੀ ਵਿੱਚ। ਆਪ ਨੂੰ ਤੁਸੀਂ ਹੁਣ ਮਾੜਾ ਮੰਨਦੇ ਹੋ, ਜੇ ਉਹਨਾਂ ਨੂੰ ਮਾੜਾ ਕਹਿ ਰਹੇ ਹੋ ਤਾਂ ਆਪਣੇ ਆਪ ਨੂੰ ਵੀ ਕਹਿੰਦੇ ਵੀ ਭਾਗੀਦਾਰ ਹੈ। ਮਾੜਾ ਮੀਨਸ ਕਿ ਮੈਂ ਉੱਥੇ ਯਤਨ ਕਰਦੀ ਸੀ, ਕਹਿੰਦੀ ਸੀ, ਰੋਕਦੀ ਸੀ, ਮੈਂ ਮਹਿਸੂਸ ਵੀ ਕਰਦੀ ਸੀ, ਪਰ ਮੈਂ ਆਜ਼ਾਦ ਹੋ ਕੇ ਕਈ ਗੱਲਾਂ ਨਹੀਂ ਕਰ ਸਕਦੀ। ਤਾਂ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਗੱਡੀਆਂ ਦੇ ਵਿੱਚ ਬੈਠਣਾ ਚੁੱਪ ਕਰਨਾ ਪੈ ਜਾਂਦਾ ਸੀ ਜੇ ਬੋਲਦੇ ਸੀ ਇਹ ਚੀਜ਼ਾਂ ਹੁੰਦੀਆਂ, ਕਿੰਨਾ ਸਮਾਂ ਚੱਲਦਾ ਰਿਹਾ ਤਾਂ ਕੀ ਲੱਗਦਾ ਹੈ ਇਹ ਜਿਹੜਾ ਸਾਰਾ ਕੁਝ ਤੁਸੀਂ ਸਹਿੰਦੇ ਰਹੇ ਜਾਂ ਹੁੰਦਾ ਰਿਹਾ ਇਹ ਭਾਗੀਦਾਰ ਹੋ ਤੁਸੀਂ ਉਸ ਚੀਜ਼ ਦੇ ਸਾਥ? ਜੇ ਮੈਂ ਉਹਨੂੰ ਕਹਿ ਬੈਠੀ ਹਾਂ ਜ਼ੋਰ ਦੇ ਕੇ ਕਿਹਾ ਤੇ ਬਾਹਰ ਕੱਢ ਕੇ ਰੱਖ ਦਿੱਤਾ ਉਹਨੂੰ। ਪਹਿਲਾਂ ਮੈਂ ਕਹਿੰਦੀ ਸੀਗੀ ਫਿਰ ਚੁੱਪ ਕਰ ਜਾਂਦੀ ਸੀ, ਪਹਿਲਾਂ ਮੈਂ ਰੋਕਦੀ ਸੀ ਫਿਰ ਚੁੱਪ ਕਰ ਜਾਂਦੀ ਸੀ। ਟੋਕਣਾ ਨਹੀਂ, ਖੈਰ ਕਈ ਕੰਮ ਤੇ ਮੈਂ ਮੰਨੇ ਹੀ ਨਹੀਂ, ਮੈਂ ਨਹੀਂ ਮੰਨੀ ਉਹਨਾਂ ਦੀ ਗੱਲ। ਮੈਂ ਨਹੀਂ ਮੰਨੀ ਤੇ ਤਾਂ ਹੀ ਉਹ ਕਹਿੰਦੇ ਮਨ ਮਾਨੀਆਂ ਕਰਦੀ, ਇਹ ਸਾਡੀ ਗੱਲ ਨਹੀਂ ਮੰਨਦੀ। ਇੱਕ ਅਜਿਹਾ ਬੰਦਾ ਜਿਹੜਾ ਤੁਹਾਨੂੰ ਕਹਿ ਦਿੰਦਾ ਸੀ ਕਿ ਚੁੱਪ ਰਹੋ। ਸੱਚੀ ਦੱਸਾਂ ਜੀ ਮੈਂ ਇੰਨੀ ਡਰੀ ਵੀ ਨਹੀਂ, ਮੈਨੂੰ ਗੱਲ ਕਹਿ ਦਿੰਦੀ ਸੀ ਪ੍ਰਧਾਨ ਜੀ ਧਿਆਨ ਰੱਖੋ, ਥੋੜ੍ਹੀ ਜਿਹੀ ਆਪਾਂ ਗੁਰੇਜ਼ ਕਰ ਲਿਆ ਕਰੀਏ, ਆਪਾਂ ਥੋੜ੍ਹੀ ਦੂਰੀ ਬਣਾ ਲਿਆ ਕਰੀਏ। ਉਹਨਾਂ ਨੇ ਜਿੱਦਣ ਮੈਂ ਕਹਿ ਕੇ ਆਈ ਹਾਂ ਸ਼ਾਮ ਨੂੰ ਮੇਰੇ ਪਾਰਟੀ 'ਚ ਬਾਹਰ ਕੱਢ ਦਿੱਤਾ। ਐਲਾਨ ਵੀ ਕੀਤਾ, ਸਿੰਘ ਸਾਹਿਬ ਨੇ ਵੀ ਕਹਿ ਦਿੱਤਾ, ਆਦੇਸ਼ ਜਾਰੀ ਕੀਤੇ, ਲੇਕਿਨ ਅੱਜ ਤੱਕ ਪ੍ਰਧਾਨ ਸਾਹਿਬ ਨੇ ਉਹਨੂੰ ਮੰਨਿਆ ਨਹੀਂ। ਕਿਹਾ ਵੀ ਸੀਗਾ ਕਿ ਮੈਂ 7 ਦਿਨ 'ਚ ਬਣਾ ਲਾ। ਇਹੀ ਗੱਲਾਂ ਮੈਂ ਉਹਨੂੰ ਕਹੀਆਂ ਕਿ ਕਿਉਂ ਨਹੀਂ ਤੁਸੀਂ ਆਦੇਸ਼ ਜਾਰੀ ਲਾਗੂ ਕਰਦੇ। ਮੈਂ ਕਿਹਾ ਜੇ ਮੈਨੂੰ ਸੇਵਾ ਮਿਲ ਗਈ ਤਾਂ ਮੈਂ ਕਰ ਦੇਣਾ। ਮੈਂ ਇਹ ਕਹਿੰਦੀ ਸੀ ਜੇ ਮੈਨੂੰ ਸੇਵਾ ਮਿਲ ਗਈ ਤਾਂ ਮੈਂ ਪਹਿਲਾਂ ਆਦੇਸ਼ ਦੀ ਪਾਲਣਾ ਕਰਦਾ। ਬੀਬੀ ਜੀ ਕਹਿੰਦੇ ਭਾਜਪਾ ਨੂੰ ਸਮਰਥਨ ਦੇਣਾ, ਉਹਨਾਂ ਨੇ ਕੀ ਸਵਾਰਿਆ ਪੰਜਾਬ ਦਾ ਤਾਂ ਕੀ ਸਵਾਰਨਗੇ, ਉਹਨਾਂ ਦਾ ਸਾਥ ਜਿਹੜਾ ਦੇਣਾ ਚਾਹੁੰਦੇ ਨੇ ਬੀਬੀ ਜੀ, ਇਸ ਨੂੰ ਕਿਵੇਂ ਦੇਖਦੇ? ਮੈਂ ਕੋਈ ਪਾਰਟੀ ਹੈ ਜੀ ਜਿਹੜਾ ਮੈਂ ਸਾਥ ਦੇਣਾ। ਅਕਾਲੀ ਦਲ ਦੇ ਵਿੱਚੋਂ ਇਹ ਵੀ ਆਵਾਜ਼ ਆ ਰਹੀ ਹੈ ਕਿ ਬੀਬੀ ਜੀ ਇਹ ਮੰਗ ਕਰਦੇ ਸੀ ਕਿ ਮੈਨੂੰ ਤੀਜੀ ਵਾਰ ਪ੍ਰਧਾਨ ਬਣਾ ਦਿਓ, ਤਾਂ ਇਸ ਕਰਕੇ ਉਹਨਾਂ ਨੇ ਆਪਣੀ ਇਹ ਨਾਰਾਜ਼ਗੀ ਦਿਖਾਉਂਦੇ ਜਿਹੜੇ ਨੇ ਵੱਖਰੇ ਚੱਲ ਕੇ। ਜੇ ਮੈਨੂੰ ਤਾਂ ਮੰਗ ਕਰਨ ਦੀ ਲੋੜ ਹੀ ਨਹੀਂ ਪਈ ਕਦੀ। ਅੱਗੇ 4 ਵਾਰੀ ਬਣਾਇਆ, ਮੈਂ ਮੰਗ ਕੀਤੀ ਸੀ। ਪੰਜਾਬੀ ਲੋਕ ਚੈਨਲ ਦੇ ਨਾਲ ਤੁਸੀਂ ਜੁੜੇ ਹੋਏ ਹੋ, ਮੈਂ ਤੁਹਾਡੇ ਨਾਲ ਜਗਸੀਰ ਸਿੰਘ। ਇਸ ਵਕਤ ਤੁਹਾਡੇ ਨਾਲ ਅਹਿਮ ਇੰਟਰਵਿਊ ਸਾਂਝਾ ਕਰਾਂਗੇ। ਸਾਡੇ ਨਾਲ ਸਾਬਕਾ ਪ੍ਰਧਾਨ SGPC ਬੀਬੀ ਜਗੀਰ ਕੌਰ ਜੁੜੇ ਰਹਿਣਗੇ, ਤਾਂ ਸੀਨੀਅਰ ਅਕਾਲੀ ਆਗੂ ਵੀ ਨੇ। ਸਾਫ਼ ਤੌਰ 'ਤੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੋ SGPC ਦੀਆਂ ਚੋਣਾਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ, ਕਿਉਂਕਿ ਲਗਾਤਾਰ ਸਿੱਖ ਸੰਗਤ ਇਹ ਮੰਗ ਕਰਦੀ ਆ ਰਹੀ ਹੈ ਕਿ ਗੁਰੂ ਘਰਾਂ ਦੇ ਵਿੱਚ ਚੋਣ ਹੋਣੀ ਚਾਹੀਦੀ ਹੈ, ਖਾਸ ਤੌਰ 'ਤੇ SGPC ਨੂੰ ਲੈ ਕੇ। ਤਾਂ ਇੱਕ ਲਿਫਾਫੇ ਦੇ ਵਿੱਚੋਂ ਗੱਲ ਨਹੀਂ ਨਿਕਲਣੀ ਚਾਹੀਦੀ ਹੈ, ਬੀਬੀ ਜਗੀਰ ਕੌਰ ਵੀ ਕਹਿੰਦੇ ਨਜ਼ਰ ਆਏ। ਤਮਾਮ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ, SGPC ਦੀ ਚੋਣਾਂ ਨੂੰ ਲੈ ਕੇ ਗੱਲਬਾਤ ਕਰਾਂਗੇ। ਤਾਂ ਸ਼੍ਰੋਮਣੀ ਅਕਾਲੀ ਪੰਥ ਅਨਾਊਂਸ ਵੀ ਕਰ ਦਿੱਤਾ ਸਟੇਜ ਦੇ ਉੱਤੋਂ, ਉਸ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਲੋੜ ਕੀ ਪੈ ਗਈ। ਬੀਬੀ ਜੀ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਜੀ। ਬੀਬੀ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਬੀਤੇ ਦਿਨਾਂ ਦੇ ਵਿੱਚ ਅਨਾਊਂਸ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਪੰਥ ਉਸ ਦੇ ਵਿੱਚ ਕੀ ਲੋੜ ਪੈ ਗਈ ਅਕਾਲੀ ਦਲ ਤੋਂ ਵੱਖਰੇ ਹੋ ਕੇ ਚੀਜ਼ਾਂ ਨੂੰ ਚਲਾਉਣ ਦੀ? ਦੇਖੋ ਅਕਾਲੀ ਦਲ ਤੋਂ ਵੱਖਰੀ ਤਾਂ ਨਹੀਂ, ਪਰ ਕੌਮ ਦੀ ਇੱਕ ਮੰਗ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸੰਸਥਾ ਰਹੇ ਜੀ। ਕਿਸੇ ਪਾਰਟੀ ਦੀ, ਇੱਕ ਪਾਰਟੀ ਦੀ ਜਿਹੜੀ ਉਹ ਨਾ ਇਹਦੇ ਨਾਲ ਜੁੜਨਾ ਨਹੀਂ ਚਾਹੀਦਾ। ਭਾਵੇਂ ਅਕਾਲੀ ਦਲ ਸਿੱਖ ਕੌਮ ਨੇ ਸਾਰਿਆਂ ਨੇ ਇਕੱਠੇ ਹੋ ਕੇ ਬੜੀ ਸੋਚ ਵਿਚਾਰ ਕੇ ਬਣਾਇਆ ਸੀ ਕਿ ਇਹ ਗੁਰਦੁਆਰੇ ਗੁਰਧਾਮ ਜਿਹੜੇ ਹੈ ਇਤਿਹਾਸਕ, ਇਹਨਾਂ ਦੀ ਰਾਖੀ ਵਾਸਤੇ ਟਾਸਕ ਫੋਰਸ ਦਾ ਕੰਮ ਕਰਨ, ਸਿੱਖਾਂ ਦੇ ਕੋਈ ਮਸਲੇ ਹੋਣ ਉਹਦੇ ਵਾਸਤੇ ਸੰਘਰਸ਼ ਕਰਨ, ਜਾਤਾਂ ਪਾਤਾਂ ਦੇ ਊਚ ਨੀਚ ਦੇ ਭੇਦਭਾਵ ਮਿਟਾਉਣ ਵਾਸਤੇ ਆਪਣੀ ਭੂਮਿਕਾ ਨਿਭਾਉਣ, ਧਰਮ ਪ੍ਰਚਾਰ ਦੇ ਖੇਤਰ ਵਿੱਚ ਵੱਧ ਤੋਂ ਵੱਧ ਸਹਾਈ ਹੋਣ, ਅਤੇ ਕਿਤੇ ਲੋੜ ਪੈ ਜੇ ਮਨੁੱਖਤਾ 'ਤੇ ਪੀੜ ਬਣ ਜੇ ਅਤੇ ਇਹ ਤਾਕਤ ਬਣ ਕੇ ਲੜ ਕੇ ਸੰਘਰਸ਼ ਕਰਕੇ ਅਤੇ ਪੰਜਾਬ ਦੇ ਲੋਕਾਂ ਦੀ ਰਾਖੀ ਕਰ ਸਕਣ ਜਾਂ ਦੇਸ਼ ਦੇ ਲੋਕਾਂ ਦੀ ਰਾਖੀ ਕਰ ਸਕਣ। ਸੋ ਇਹ ਗੱਲਾਂ ਨੂੰ ਅੱਗੇ ਦੇਖਿਆ ਗਿਆ ਕਿ ਜਦੋਂ ਇਹ ਤਾਕਤਵਰ ਬਣ ਗਏ, ਸੰਘਰਸ਼ ਬੜੇ ਕੀਤੇ, ਕੁਰਬਾਨੀਆਂ ਬੜੀਆਂ ਕੀਤੀਆਂ, ਦੇਸ਼ ਦੀ ਕੋਈ ਐਮਰਜੈਂਸੀ ਆ ਜੇ, ਲੜਾਈਆਂ ਬੜੀਆਂ ਲੜੀਆਂ, ਉਹਦੇ ਨਾਲ ਇਹਨੂੰ ਤਾਕਤ ਇਹ ਮਿਲ ਗਈ ਕਿ ਰਾਜਨੀਤਿਕ ਤੌਰ 'ਤੇ ਵੀ ਸ਼ਕਤੀ ਆ ਗਈ।
ਹੁਣ ਜੋ ਰਾਜਨੀਤਿਕ ਸ਼ਕਤੀ ਆ ਜਾਂਦੀ ਹੈ ਫਿਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਲੋਕੀ ਮਹਿਸੂਸ ਕਰਦੇ ਹੈ ਕਿ ਉਸ ਸ਼ਕਤੀ ਦਾ ਮਿਸਯੂਜ਼ ਕਰਕੇ ਉਸ ਸੰਸਥਾ ਦਾ ਨੁਕਸਾਨ ਹੋ ਰਿਹਾ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਲੋਕਾਂ ਦੀ ਆਵਾਜ਼ ਸੀ, ਮੇਰੀ ਇਕੱਲੀ ਦੀ ਤੇ ਕੀ ਹੈ ਜੀ, ਮੈਂ ਤੇ ਉੱਤੇ ਕੰਮ ਕਰੀ ਜਾਂਦੀ ਸੀਗੀ। ਪਰ ਜਦੋਂ ਅਸੀਂ ਮਹਿਸੂਸ ਕਰਦੇ ਸੀ ਕਿ ਲੋਕ ਕਹਿੰਦੇ ਹੈ ਤੇ ਅਸੀਂ ਸੋਚਦੇ ਸੀ ਵੀ ਇਹਨਾਂ ਨੂੰ ਥੋੜ੍ਹੀ ਦੂਰੀ ਬਣਾ ਲੈਣੀ ਚਾਹੀਦੀ ਹੈ। ਦੂਰੀ ਮੀਨਸ ਕਿ ਡਾਇਰੈਕਟ ਇੰਟਰਫੇਰੈਂਸ ਨਾ ਹੋਵੇ। ਜੇ ਸਿੱਧੇ ਤੌਰ 'ਤੇ ਇੰਟਰਫੇਰੈਂਸ ਹੋਵੇ ਲੋਕੀ ਉਸ ਗੱਲ ਨੂੰ ਚੰਗਾ ਨਹੀਂ ਸਮਝਦੇ। ਕਈ ਕੰਮ ਐਸੇ ਹੁੰਦੇ ਜਿਹੜੇ ਅਸੀਂ ਕਰਨਾ ਚਾਹੁੰਦੇ ਹਾਂ ਉਹ ਫਿਰ ਰੁਕ ਜਾਂਦੇ ਆ। ਜਿਸ ਤਰ੍ਹਾਂ ਮੰਨ ਲਓ ਕਿ ਇੱਕ ਪ੍ਰਧਾਨ ਦੀ ਟਰਮ ਵਧਣੀ ਚਾਹੀਦੀ ਸੀਗੀ, 1 ਸਾਲ ਵਿੱਚ ਕੋਈ ਪ੍ਰਧਾਨ ਜਿਹੜਾ ਕੰਮ ਨਹੀਂ ਕਰ ਸਕਦਾ। ਇਹ ਸਾਫ਼ ਸ਼ਬਦਾਂ 'ਚ ਮੈਂ ਕਰਨ ਨੂੰ ਤਿਆਰ ਹੈ ਕਿ 1 ਸਾਲ ਦਾ ਪ੍ਰਧਾਨ ਦਾ ਟਰਮ ਜਿਹੜਾ ਹੁੰਦਾ 3 ਕੁ ਮਹੀਨੇ ਤਾਂ ਸਮਝਣ ਨੂੰ ਲੱਗ ਜਾਂਦੇ। 3-4 ਮਹੀਨੇ ਉਹ ਫਾਈਲਾਂ ਹੀ ਕੱਢਦਾ ਦੇਖਦਾ ਰਹਿੰਦਾ। ਜੋ 3 ਕੁ ਮਹੀਨੇ ਰਹਿ ਜਾਂਦੇ ਆ ਸਾਰੇ ਮੁਲਾਜ਼ਮ ਵੀ ਤੇ ਮੈਂਬਰ ਵੀ ਕਹਿਣਗੇ ਹੁਣ ਪਤਾ ਨਹੀਂ ਅਗਲਾ ਪ੍ਰਧਾਨ ਕਿਹੜਾ ਹੋਣਾ। ਤੁਸੀਂ ਇਹ ਹਿਸਾਬ ਲਓ ਵੀ ਪਰਫੈਕਟ ਕੰਮ ਜੇ ਤੁਸੀਂ ਕਹੋਗੇ ਨਾ ਸਹੀ ਢੰਗ ਦੇ ਨਾਲ ਇੱਕ ਪ੍ਰਧਾਨ 1 ਸਾਲ ਦੇ ਵਿੱਚ ਕਰ ਹੀ ਨਹੀਂ ਸਕਦਾ, ਨਹੀਂ ਕਰ ਸਕਦਾ। ਉਹਦੇ ਵਾਸਤੇ ਵੀ ਅਸੀਂ ਕਈ ਵਾਰੀ ਕਿਹਾ ਕਿ ਟਰਮ ਵਧਾ ਦਿਓ। ਜੇ ਪ੍ਰਧਾਨ ਕੋਈ ਗਲਤੀ ਕਰੇ ਜਾਂ ਕੋਈ ਚੇਂਜ ਕਰਨਾ ਹੋਵੇ ਤਾਂ ਆਪਾਂ ਬਹੁਮਤ ਨਾਲ ਕਰ ਸਕਦੇ ਹਾਂ, ਪਰ ਨਹੀਂ, ਕਿਉਂਕਿ ਉਹ ਕਠਪੁਤਲੀ ਚਾਹੁੰਦੇ ਆ ਵੀ ਹਰ ਸਾਲ ਜਿਹੜਾ ਜੀ ਕਰੇਗਾ ਲਾਵਾਂਗੇ, ਜੀ ਕਰੇਗਾ ਬਣਾਵਾਂਗੇ। ਸੋ ਇਹਨਾਂ ਚੀਜ਼ਾਂ ਨਾਲ ਵੀ ਨੁਕਸਾਨ ਹੋਇਆ। ਦੂਜੀ ਗੱਲ ਹੈ ਕਿ ਸਿੱਖ ਇਸ ਵੇਲੇ ਜਿਹੜੇ ਨਾ ਜੀ ਇਕੱਲੇ ਅਕਾਲੀ ਦਲ 'ਚ ਨਹੀਂ ਹੈ, ਸਿੱਖ ਸਾਰੀਆਂ ਪਾਰਟੀਆਂ 'ਚ ਫੈਲ ਗਏ ਆ। ਸਿੱਖਾਂ ਨੇ ਵਿਦੇਸ਼ਾਂ 'ਚ ਆਪਣੀ ਬਹੁਮਤ ਵੀ ਬਣਾ ਲਈ ਹੈ ਤੇ ਉੱਥੇ ਵੀ ਵਿਦੇਸ਼ਾਂ 'ਚ ਵੀ ਸਰਕਾਰਾਂ ਬਣਾ ਲਈਆਂ। ਹੁਣ ਲੋਕ ਬਾਹਰਲਾ ਇੰਜਾਮ ਵੀ ਦੇਖਦੇ ਹੈ ਤੇ ਸਿੱਖ ਸੰਗਤ ਚਾਹੁੰਦੀ ਹੈ ਕਿ ਉਹ ਸਿਰਮੌਰ ਸੰਸਥਾ ਸਿਰਮੌਰ ਰਹੇ, ਧਰਮ ਉੱਪਰ ਰਹੇ, ਸਿਆਸਤ ਥੱਲੇ ਰਹੇ। ਪਰ ਉਲਟਾ ਹੋ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਉਂ-ਜਿਉਂ ਤਾਕਤਾਂ 'ਚ ਆਇਆ, ਜਿਹੜੇ ਵਰਕਰਾਂ ਨੂੰ MLA ਟਿਕਟ ਨਹੀਂ ਸੀ ਮਿਲਦੀ ਉਹਨੂੰ ਚੱਕ ਕੇ, ਭਾਵੇਂ ਉਹ ਯੋਗ ਸੀ ਜਾਂ ਨਹੀਂ ਯੋਗ ਸੀ, ਉਹਨੂੰ ਚੁੱਕ ਕੇ ਸ਼੍ਰੋਮਣੀ ਕਮੇਟੀ ਦੀ ਟਿਕਟ ਦੇ ਦਿੰਦੇ। ਉਹਦਾ ਸਾਰਾ ਧਿਆਨ ਲੀਡਰਾਂ ਦੀਆਂ ਗੱਡੀਆਂ 'ਚ ਹੀ ਰਹਿੰਦਾ, ਉਹ ਉੱਥੇ ਟਾਈਮ ਦਿੰਦੇ ਹੀ ਨਹੀਂ। ਸਾਰੇ ਜਿਹੜੇ ਮੈਂਬਰਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਸੀ ਉਹ ਇੱਕ ਮਿਨਿਸਟਰ ਨੂੰ ਕਹਿ ਦਿੱਤਾ ਜਾਂਦਾ ਸੀ ਵੀ ਤੂੰ ਜ਼ਿਲ੍ਹਾ ਪ੍ਰਧਾਨ ਨੂੰ ਕਿ ਤੂੰ ਆਪਣੇ ਇਲਾਕੇ ਦੀਆਂ ਟਿਕਟਾਂ ਦੱਸ ਕਿਹਨੂੰ ਦੇਣੀਆਂ। ਉਹ ਆਪਣੇ ਵਰਕਰ ਨੂੰ ਦਵਾਉਂਦੇ ਸੀਗੇ, ਮਤਲਬ ਜਿਹੜੇ ਸਿਆਸੀ ਵਰਕਰ। ਹੁਣ ਜਿਨ੍ਹਾਂ ਦੀ ਸੋਚ ਹੀ ਸਿਆਸਤ ਵਿੱਚ ਜੁੜੀ ਹੈ ਉਹ ਧਰਮ ਦਾ ਪ੍ਰਚਾਰ ਕਿੱਦਾਂ ਕਰਨਗੇ। ਸੋ ਅਸੀਂ ਮਹਿਸੂਸ ਕੀਤਾ, ਕੁਝ ਮੈਂ ਵਿਦਵਾਨਾਂ ਨਾਲ ਵੀ ਗੱਲਾਂ ਕੀਤੀਆਂ, ਕੁਝ ਮੈਂ ਜਰਨਲਿਸਟਾਂ ਨਾਲ ਵੀ ਗੱਲਾਂ ਕੀਤੀਆਂ, ਕੁਝ ਮੈਂ ਸਿੱਖੀ ਬੁੱਧੀਜੀਵੀਆਂ ਨਾਲ ਵੀ ਗੱਲਾਂ ਕੀਤੀਆਂ। ਅਸੀਂ ਕਿਹਾ ਵੀ ਇਹਦਾ ਕੀ ਹੱਲ ਹੋ ਸਕਦਾ। ਉਹ ਕਹਿੰਦੇ ਵੀ ਇੱਕ ਮੰਚ ਐਸਾ ਤਿਆਰ ਕਰੀਏ ਕਿਉਂਕਿ ਲੋਕਾਂ ਦਾ ਜੀਅ ਨਹੀਂ ਕਰਦਾ ਹੁੰਦਾ ਆਜ਼ਾਦ ਲੋਕਾਂ ਨੂੰ ਵੋਟ ਪਾਉਣ ਦੀ। ਜੇ ਆਜ਼ਾਦ ਨੂੰ ਪਾਉਂਦੇ ਆ ਤਾਂ ਲੋਕ ਕਹਿੰਦੇ ਜੀ ਇਹਦੇ ਕੀ ਪਤਾ ਪੂਰੀ ਕਮੇਟੀ ਵਿੱਚ ਤਾਕਤ ਹੋਣੀ ਕਿ ਨਹੀਂ ਹੋਣੀ। ਸੋ ਇਸ ਕਰਕੇ ਲੋਕਾਂ ਦਾ ਅੱਜ ਸਰਦਾਰ ਮਤਲਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਵੱਲੋਂ ਜਿਹੜੀਆਂ ਟਿਕਟਾਂ ਦਿੱਤੀਆਂ ਜਾਣੀਆਂ ਉਹਨਾਂ ਵੱਲੋਂ ਲੋਕਾਂ ਦਾ ਥੋੜ੍ਹਾ ਜਿਹਾ ਰੋਸਾ ਹੈਗਾ, ਗੁੱਸੇ 'ਚ ਹੈਗੇ ਆ। ਇਹ ਨਾ ਹੋਵੇ ਕਿ ਜਿਹੜੇ ਹੋਰ ਜ਼ਿਆਦਾ ਪਾਰਟੀਆਂ 'ਚ ਅੱਜ ਸਿੱਖ ਬੈਠੇ ਹੋਏ ਆ। ਹੁਣ ਦੇਖੋ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਬਣੀ, ਕਿੱਦਾਂ ਬਣ ਗਈ? ਇਹ ਘਰ ਬੈਠੇ ਤਾਂ ਬਣੀ ਨਹੀਂ, ਅਕਸਰ ਸਿੱਖਾਂ ਨੇ ਵੀ ਵੋਟ ਪਾਈ ਨਾ। ਇਹ ਤਾਂ ਹੈ ਨਹੀਂ ਕਿ ਇਕੱਲੇ ਹਿੰਦੂਆਂ ਨੇ ਪਾ ਦਿੱਤੀ ਜਾਂ ਇਕੱਲੇ ਦੂਜਿਆਂ ਨੇ ਪਾ ਦਿੱਤੀ, ਨੌਨ ਸਿੱਖਾਂ ਨੇ ਪਾ ਦਿੱਤੀ। ਵੋਟ ਤਾਂ ਅਕਸਰ ਸਿੱਖਾਂ ਦੀ ਵੀ ਗਈ ਹੈ, ਤਾਂ ਹੀ ਸਾਡੀ ਵੋਟ ਇੰਨੀ ਘਟੀ ਹੈ। ਸੋ ਸਿੱਖ ਇਹਦਾ ਮਤਲਬ ਕਿ ਹਰ ਪਾਸੇ ਫੈਲ ਗਏ। ਸੋ ਇਹ ਨਾ ਹੋਵੇ ਕਿ ਉਹ ਸੋਚ ਜਿਹੜੀ ਹੈ ਜੇ ਕਿਤੇ ਸੱਚੀ ਮੁੱਚੀ ਸਾਰੇ ਉੱਧਰੋਂ ਜਿੱਤ ਕੇ ਆ ਗਏ ਤਾਂ ਫਿਰ ਸੋਚ ਜਿਹੜੀ ਹੈ ਬਦਲ ਜਾਏਗੀ। ਬੀਬੀ ਜੀ ਕਾਫੀ ਲੰਬੇ ਸਮੇਂ ਤੋਂ ਮੰਗ ਚੱਲਦੀ ਆ ਰਹੀ ਸੀ ਸਿੱਖ ਸੰਗਤ ਖਾਸ ਤੌਰ ਤੇ ਕਿ ਵੋਟਾਂ ਪੈਣੀਆਂ ਚਾਹੀਦੀਆਂ ਨੇ, ਚੁਣਿਆ ਜਾਣਾ ਚਾਹੀਦਾ ਹੈ ਕਿ ਜਥੇਦਾਰ ਸਾਹਿਬ ਕੌਣ ਹੋਣ, ਪ੍ਰਧਾਨ ਕੌਣ ਹੋਣ, ਇਸ ਤਰੀਕੇ ਦੇ ਨਾਲ ਕਿ ਇਹ ਨਹੀਂ ਹੈ ਕਿ ਲਿਫਾਫਿਆਂ ਦੇ ਵਿੱਚੋਂ। ਸਾਫ਼ ਤੌਰ ਤੇ ਤੁਸੀਂ ਵੀ ਕਹਿ ਦਿੱਤਾ ਸੀਗਾ। ਤੁਹਾਡੀ ਹੁਣ ਕੀ ਰੂਪਰੇਖਾ ਹੈਗੀ ਹੈ ਜੋ ਸ਼੍ਰੋਮਣੀ ਅਕਾਲੀ ਪੰਥ ਵੀ ਅਨਾਉਂਸ ਕਰ ਦਿੱਤਾ ਕਿ ਕੌਣ ਤੁਹਾਡੇ ਨਾਲ ਚੱਲੇਗਾ, ਇਸ ਦੀ ਰੂਪਰੇਖਾ ਦੇ ਵਿੱਚ ਕੀ ਹੈਗਾ, ਕੀ ਰੋਡ ਮੈਪ ਤਿਆਰ ਕਰ ਲਿਆ? ਮੈਂ ਤਾਂ ਡਿਪੈਂਡ ਕਰਦੀ ਹਾਂ ਜੀ ਗੁਰਸਿੱਖਾਂ ਦੇ ਉੱਤੇ। ਮੈਂ ਸਾਰੇ ਸਿੱਖਾਂ ਨੂੰ ਆਵਾਜ਼ ਮਾਰ ਰਹੀ ਹਾਂ ਵੀ ਹੋਏ 71 ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਬਲਾਈ। ਸਾਰੇ ਜਿਹੜੇ ਵੱਖ-ਵੱਖ ਤਰ੍ਹਾਂ 'ਚ ਵੰਡੇ ਹੋਏ ਹੈ, ਕਿਰਪਾ ਕਰਕੇ ਉਹ ਇੱਕ ਪਲੇਟਫਾਰਮ 'ਤੇ ਇਕੱਠੇ ਹੋਣ। ਸਿਆਸੀ ਲੜਾਈ ਜਿੱਥੇ ਲੜਦੇ ਲੜੀ ਜਾਣ, ਮੈਨੂੰ ਉਹਦੇ ਨਾਲ ਕੋਈ ਨਹੀਂ ਹੈ, ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਸੋਚ ਹੈ ਜੀ। ਕੋਈ ਕਿਸੇ ਪਾਸੇ ਕਿਸੇ ਨੂੰ ਟਿਕਟ ਮਿਲਦੀ ਹੈ, ਕੋਈ ਨੂੰ ਕਿਸੇ ਪਾਸੇ ਮਿਲ ਜਾਂਦੀ, ਚਲੇ ਜਾਂਦੇ ਹੈ, ਕਿਸੇ ਨੂੰ ਰੋਕ ਨਹੀਂ ਸਕਦੇ ਅਸੀਂ। ਮੇਰੀ ਜਿਹੜੀ ਤਾਕਤ ਹੈ ਉਹ ਗੁਰਸਿੱਖ ਹੈ, ਸਿੱਖ ਹੈ। ਸਿੱਖ ਜਿਹੜਾ ਉਹ ਇੱਕ ਸਾਰੇ ਰਲ ਕੇ ਹੀ ਇੱਕ ਪੰਥ ਬਣਦਾ। ਵਿਦੇਸ਼ਾਂ ਵਿੱਚੋਂ ਵੀ ਸਿੱਖ ਸਾਡੇ 'ਤੇ ਬਹੁਤ ਨਾਰਾਜ਼ ਸੀ, ਇੱਥੇ ਵੀ ਸਿੱਖ ਸਾਡੇ ਨਾਲ ਨਾਰਾਜ਼ ਸੀ। ਹੁਣ ਉਹ ਪਲੇਟਫਾਰਮ ਮੈਂ ਸਾਂਝੇ ਤੌਰ 'ਤੇ ਅਸੀਂ ਬਣਾਇਆ ਕਿ ਸ਼੍ਰੋਮਣੀ ਅਕਾਲੀ ਪੰਥ, ਉਹਦਾ ਤਾਂ ਨਾਂ ਰੱਖਿਆ ਕਿ ਪੰਥ ਜਿਹੜਾ ਉਹ ਸਾਰੇ ਸਿੱਖਾਂ ਨੂੰ ਆਪਣੀ ਗਲਵੱਕੜੀ 'ਚ ਲੈਂਦਾ। ਸ਼੍ਰੋਮਣੀ ਅਕਾਲੀ ਦਲ ਇੱਕ ਸਿਆਸੀ ਦਲ ਬਣ ਗਿਆ, ਪਾਰਟੀ ਬਣ ਗਈ। ਜਿਹੜੇ ਉਹਨਾਂ ਨੂੰ ਵੋਟਾਂ ਪਾਉਣਗੇ, ਵੋਟਾਂ ਨਹੀਂ ਮਤਲਬ ਜਿਹੜੀ ਉਹਨਾਂ ਦੀ ਬੋਡੀ ਵਿੱਚ ਵਰਕਰ ਹੋਣਗੇ ਉਹ ਸਮਝਦੇ ਅਸੀਂ ਅਕਾਲੀ ਦਲ ਹੈ, ਅਸੀਂ ਸਿੱਖ ਹਾਂ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਤੁਸੀਂ 1000 ਬੰਦੇ ਉਸ ਸੰਸਥਾ ਦੇ ਵਿੱਚ ਨੁਮਾਇੰਦਗੀ ਕਰਦੇ ਹੋ ਅਤੇ ਬਾਕੀ ਜਿਹੜੀ ਦੁਨੀਆ ਕਰੋੜਾਂ ਵਿੱਚ ਹੈ ਸਿੱਖਾਂ ਦੀ, ਉਹ ਕਿੱਥੇ ਹੈ?
ਉਹ ਵੀ ਤਾਂ ਕਿਤੇ ਨਾ ਕਿਸੇ ਜੁੜੀ ਹੈ ਨਾ। ਸੋ ਇਸ ਕਰਕੇ ਮੈਂ ਤਾਂ ਸਾਰੇ ਸਿੱਖਾਂ ਨੂੰ ਆਵਾਜ਼ ਮਾਰੀ ਹੈ ਕਿ ਜਿਹੜੇ ਸ਼ਰਤਾਂ ਪੂਰੀਆਂ ਕਰਦੇ ਹੋਣ, ਜਿਹੜੇ ਸਿਧਾਂਤਕ ਤੌਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣ, ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ, ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਆਪਣਾ ਜੀਵਨ ਜਿਉਂਦੇ ਹੋਣ, ਬਾਣੀ ਦੇ ਤਾਰਨੀ ਹੋਣ, ਉਹ ਅੰਮ੍ਰਿਤਧਾਰੀ ਹੋ ਕੇ ਆਪਣੀ ਚੋਣ ਵੀ ਲੜ ਸਕਦੇ ਆ। ਤੇ ਵੋਟ ਜਿਹੜਾ ਹਰ ਸਿੱਖ ਜਿਹੜਾ ਪੂਰਨ ਸਰੂਪ ਵਿੱਚ ਹੈ, ਗੁਰਸਿੱਖੀ ਸਰੂਪ 'ਚ, ਉਹ ਆਪਣੀ ਬਣਾ ਸਕਦਾ। ਸੋ ਸਭਨਾਂ ਨੂੰ ਇਹਦਾ ਫਰਜ਼ ਪੂਰਾ ਕਰਨਾ ਚਾਹੀਦਾ ਔਰ ਇੱਕ ਪਲੈਟਫਾਰਮ ਦੇ ਉੱਤੇ ਸਾਰੀਆਂ ਧਿਰਾਂ ਨੂੰ ਇਕੱਠੇ ਹੋ ਕੇ ਇੱਕ ਪਲੈਟਫਾਰਮ ਤੇ ਚੰਗੇ ਨੁਮਾਇੰਦਿਆਂ ਨੂੰ ਚੁਣ ਕੇ ਦੇਣਾ ਚਾਹੀਦਾ। ਅਸੀਂ ਇਹਦਾ ਪਾਰਲੀਮਾਨੀ ਬੋਰਡ ਬਣਾਵਾਂਗੇ ਜਦੋਂ ਚੋਣ ਆਈ। ਅਜੇ ਚੋਣ ਦਾ ਤਾਂ ਪਤਾ ਹੀ ਨਹੀਂ ਆਉਣੀ ਕਿ ਨਹੀਂ ਆਣੀ, ਅਜੇ ਤਾਂ ਵੋਟਾਂ ਦਾ ਐਲਾਨ ਹੋਇਆ। ਬਣਨੀਆਂ ਕਦੋਂ ਬਣਨੀਆਂ, ਕਿੰਨੇ ਚਿਰ 'ਚ ਬਣਨੀਆਂ, ਉਹਦੇ ਵਾਸਤੇ ਇੱਕ ਪਾਰਲੀਮਾਨੀ ਬੋਰਡ ਹੋਏਗਾ ਜਿਹੜਾ ਕਿ ਵਿਦਵਾਨਾਂ ਦਾ ਵੀ ਹੋਏਗਾ, ਧਾਰਮਿਕ ਚੰਗੇ ਵਿਅਕਤੀਆਂ ਦਾ ਹੋਏਗਾ, ਜਿਹੜਾ ਉਹ ਬਕਾਇਦਾ ਇੰਟਰਵਿਊ ਲਏਗਾ ਕਿ ਉਹਦਾ ਪਿਛੋਕੜ ਕੀ ਹੈ ਵਿਅਕਤੀ ਦਾ, ਉਹਦੀ ਲਗਨ ਕਿੰਨੀ ਕੁ ਹੈ, ਸਿਧਾਂਤਾਂ ਦਾ ਕਿੰਨਾ ਕੁ ਪਹਿਰੇਦਾਰ ਹੈ, ਅੰਮ੍ਰਿਤਧਾਰੀ ਜਾਂ ਨਹੀਂ ਅੰਮ੍ਰਿਤਧਾਰੀ ਵੀ ਮੰਨ ਲਓ, ਪਰ ਜਿਹੜਾ ਮੈਂਬਰ ਹੋਏਗਾ ਉਹ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ। ਸੋ ਉਹਦੀ ਸਾਰੀ ਸੋਚ ਦੇਖਣਗੇ, ਸ਼੍ਰੀ ਅਕਾਲ ਤਖ਼ਤ ਨੂੰ ਸਮਰਪਿਤ ਹੈਗੇ ਨੇ ਕੀ ਹੈ, ਉਹ ਸਾਰਾ ਕੁਝ ਉਹਦੇ 'ਚ ਆਏਗਾ। ਉਸ ਤੋਂ ਬਾਅਦ ਜਿਹੜੇ ਨਿਜ਼ਮ ਉਪਨਿਜ਼ਮ ਜਿਹੜੇ ਹੋਣਗੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੇ, ਸਿੰਘ ਸਾਹਿਬਾਨਾਂ ਦੇ, ਕਿਉਂਕਿ ਸਾਨੂੰ ਇੰਟਰਵਿਊ ਲੈਣ ਵੇਲੇ ਅਸੀਂ ਉੱਥੇ ਲਾਉਂਦੇ ਹਾਂ ਪੰਜ ਸਿੰਘ ਸਾਹਿਬਾਨ, ਗ੍ਰੰਥੀ ਸਿੰਘ ਰੱਖੇ ਸੀ ਦਰਬਾਰ ਸਾਹਿਬ, ਪੰਜ ਸਿੰਘ ਸਾਹਿਬਾਨ ਬੈਠੇ ਆ, ਉਹਨਾਂ ਨੇ ਬਕਾਇਦਾ ਇੰਟਰਵਿਊ ਲਈ ਹੈ, ਇੰਟਰਵਿਊ ਲੈ ਕੇ ਰੱਖਦੇ ਆ, ਪਰ ਉਹਨਾਂ ਦੀ ਜਿਹੜੀਆਂ ਟਰਮ ਕਾਲ ਹੈ, ਸਮਾਂ, ਉਹ ਨਿਯਤ ਕਰਨਾ ਬਹੁਤ ਜ਼ਰੂਰੀ ਹੈ। ਬੀਬੀ ਜੀ, ਲਗਾਤਾਰ 2 ਵਾਰੀ ਪ੍ਰਧਾਨ ਰਹੇ ਤੁਸੀਂ ਐਜੀਪੀਸੀ ਦੇ, ਤਾਂ ਹੁਣੇ ਕਿਉਂ ਤੁਹਾਨੂੰ ਲੱਗਦਾ ਕਿ ਵੱਖਰੀ ਪਾਰਟੀ ਬਣਾਉਣੀ ਚਾਹੀਦੀ ਹੈ, ਵੱਖਰੇ ਤੌਰ ਤੇ ਚੱਲਣਾ ਚਾਹੀਦਾ ਹੈ? ਲਗਾਤਾਰ ਤੁਸੀਂ ਸਵਾਲ ਚੁੱਕਦੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ, ਅਜਿਹਾ ਕਹਿੰਦੇ ਰਹੇ ਕਿ ਲਿਫਾਫਿਆਂ ਦੇ ਵਿੱਚ ਨਿਕਲਦੇ ਰਹੇ, ਇਸ ਤਰੀਕੇ ਨਾਲ ਹੁਣ ਨਹੀਂ ਨਿਕਲਣਾ, ਹੁਣੇ ਕੀ ਲੋੜ ਪੈ ਗਈ ਕਿ ਹੁਣ ਵੱਖਰਾ ਹੋ ਕੇ ਲਗਾਤਾਰ ਤੁਸੀਂ ਮਾੜਾ ਕਹਿੰਦੇ ਰਹੇ ਉਹਨਾਂ ਨੂੰ? ਨਹੀਂ, ਮੈਂ ਦੇਖੋ ਉਹਨਾਂ ਨੂੰ ਮਾੜਾ ਨਹੀਂ ਕਹਿੰਦੀ, ਸ਼੍ਰੋਮਣੀ ਅਕਾਲੀ ਦਲ ਨੂੰ ਮੈਂ ਕਦੀ ਮਾੜਾ ਨਹੀਂ ਕਹਿੰਦੀ। ਸਿਰਫ ਇੱਕੋ ਹੈ ਕਿ ਸਾਡੇ ਉੱਤੇ ਵਿਅਕਤੀਗਤ ਤੌਰ ਦੇ ਉੱਤੇ ਸਾਰਿਆਂ 'ਚ ਬਹੁਤ ਸਾਰੀਆਂ ਕਮੀਆਂ ਆ ਗਈਆਂ, ਜਿਹੜਾ ਅਸੀਂ ਇਹ ਸਮਝਦੇ ਹਾਂ ਕਿ ਹੁਣ ਮੈਂਬਰ ਜਿਹੜਾ ਜੀ, ਉਹਨੇ ਤਾਂ ਕਦੇ ਸਮਝਿਆ ਹੀ ਨਹੀਂ ਕਿ ਮੈਂ ਉੱਥੇ ਮੈਂਬਰ ਹਾਂ ਅਤੇ ਮੇਰੀ ਬੜੀ ਵੱਡੀ ਤਾਕਤ ਹੈ, ਮੇਰੀ ਡਿਊਟੀ ਕੀ ਹੈ। ਉਹ ਵੀ ਇਹਨਾਂ ਦੀਆਂ ਗੱਡੀਆਂ 'ਚ ਹੀ ਬੈਠੇ ਰਹਿੰਦੇ, ਮਤਲਬ ਨੁਕਸਾਨ ਕਿਹਦਾ ਹੁੰਦਾ, ਸੰਸਥਾ ਦਾ ਹੁੰਦਾ ਨਾ। ਸੋ ਮੈਂ ਇਸ ਕਰਕੇ ਅਸੀਂ ਵਿੱਚ ਰਹੇ ਹਾਂ ਅਤੇ ਮਹਿਸੂਸ ਕੀਤਾ ਨਾ। ਬਾਦਲ ਦੀ ਗੱਡੀ 'ਚ ਬੈਠੇ ਰਹੇ ਤੁਸੀਂ? ਚਲੋ ਮੈਂ ਵੀ ਵਿੱਚੇ ਸੀ, ਮੈਂ ਵੀ ਮੈਂਬਰ ਦੀ ਤੌਰ ਤੇ, ਪ੍ਰਧਾਨ ਦੀ ਤੌਰ ਤੇ ਮੈਂ ਵੀ ਬੈਠਦੀ ਸੀ ਵਿੱਚ, ਪਰ ਨੁਕਸਾਨ ਕਿਹਦਾ ਹੁੰਦਾ ਸੀ? ਮਤਲਬ ਆਪਣੇ ਆਪ ਨੂੰ ਵੀ ਤੁਸੀਂ ਹੁਣ ਮਾੜਾ ਮੰਨਦੇ ਹੋ? ਜੇ ਉਹਨਾਂ ਨੂੰ ਮਾੜਾ ਕਹਿ ਰਹੇ ਹੋ ਤਾਂ ਆਪਣੇ ਆਪ ਨੂੰ ਵੀ ਕਹਿੰਦੇ ਵੀ ਭਾਗੀਦਾਰ ਹੈ। ਮਾੜਾ ਮੀਨਸ ਕਿ ਮੈਂ ਉੱਥੇ ਯਤਨ ਕਰਦੀ ਸੀ, ਕਹਿੰਦੀ ਸੀ, ਰੋਕਦੀ ਸੀ, ਮੈਂ ਮਹਿਸੂਸ ਵੀ ਕਰਦੀ ਸੀ, ਪਰ ਮੈਂ ਆਜ਼ਾਦ ਹੋ ਕੇ ਕਈ ਗੱਲਾਂ ਨਹੀਂ ਕਰ ਸਕੀ ਜਿਹੜੀਆਂ ਮੇਰਾ ਜੀ ਕਰਦਾ ਸੀ ਵੀ ਹੋਣੀਆਂ ਚਾਹੀਦੀਆਂ। ਕਈ ਰੁਕ ਗਈਆਂ, ਕਈ ਰਹਿ ਗਈਆਂ, ਉਹਦੇ 'ਚ ਨੁਕਸਾਨ ਵੀ ਹੁੰਦਾ। ਜੇ ਫਿਰ ਹੁਣ ਤੁਸੀਂ ਕਹਿੰਦੇ ਵੀ ਆ ਕਿਉਂ ਨਹੀਂ ਉਦੋਂ ਹੋਇਆ, ਉਹਦਾ ਕਾਰਨ ਇਹੀ ਹੁੰਦਾ ਵੀ ਕਿਸੇ ਪਾਸੇ ਪ੍ਰੈਸ਼ਰ ਹੁੰਦਾ। ਜੀ ਕਿਹਦਾ ਨਹੀਂ ਕਰਦਾ ਕਿ ਮੈਂ ਗੁਰਮਤਿ ਦੇ ਕੰਮ ਪੂਰੇ ਕਰਾਂ, ਉੱਥੇ ਦੇ ਜਿਹੜੇ ਕੰਮ ਅਧੂਰੇ ਆ ਮੈਂ ਪੂਰੇ ਕਰ ਸਕਾਂ। ਹੁਣ ਨਾਨਕਸ਼ਾਹੀ ਕੈਲੰਡਰ ਹੀ ਲਾ ਲਓ ਜੀ, ਨਾਨਕਸ਼ਾਹੀ ਕੈਲੰਡਰ ਦੀ ਬੜੀ ਪਰੇਸ਼ਾਨੀ ਪਈ ਰਹਿੰਦੀ ਸਾਨੂੰ, ਦੱਸੋ। ਜੇ ਮੈਂ ਲਾਗੂ ਕੀਤਾ ਸੀ ਤਾਂ ਮੈਨੂੰ ਛੇਕ ਦਿੱਤਾ ਸੀ। ਮਤਲਬ ਕਹਿਣ ਤੋਂ ਭਾਵ ਕਿ ਉਹ ਵੀ ਚੀਜ਼ਾਂ ਕਹਿੰਦੇ ਤੁਸੀਂ ਕਰਨੀਆਂ ਨਹੀਂ, ਕਿਉਂਕਿ ਕਈ ਸਾਡੇ ਅਸਥਾਨ ਨੇ ਜਿਹੜੇ ਚਾਹੁੰਦੇ ਹੀ ਨਹੀਂ ਕਿ ਉਹ ਲਾਗੂ ਹੋਵੇ। ਕੀ ਕਰੋਗੇ ਤੁਸੀਂ? ਕਿੰਨਾ ਸਮਾਂ ਬੀਬੀ ਜੀ ਚੱਲਦਾ ਰਿਹਾ ਲਗਾਤਾਰ? ਤੁਸੀਂ ਜਿਵੇਂ ਦੱਸ ਰਹੇ ਹੋ ਕਿ ਗੱਡੀਆਂ ਦੇ ਵਿੱਚ ਬੈਠਣਾ, ਚੁੱਪ ਕਰਨਾ ਪੈ ਜਾਂਦਾ ਸੀ ਜੇ ਬੋਲਦੇ ਸੀ, ਇਹ ਚੀਜ਼ਾਂ ਹੁੰਦੀਆਂ। ਕਿੰਨਾ ਸਮਾਂ ਚੱਲਦਾ ਰਿਹਾ ਤਾਂ ਕੀ ਲੱਗਦਾ ਹੈ ਇਹ ਜਿਹੜਾ ਸਾਰਾ ਕੁਝ ਤੁਸੀਂ ਸਹਿੰਦੇ ਰਹੇ ਜਾਂ ਹੁੰਦਾ ਰਿਹਾ, ਇਹ ਭਾਗੀਦਾਰ ਹੋ ਤੁਸੀਂ ਉਸ ਚੀਜ਼ ਦੇ ਸਾਰੇ? ਦੇਖੋ, ਭਾਗੀਦਾਰ ਦੀ ਕਹਿਣ ਤੋਂ ਭਾਵ ਕਿ ਡਿਸਿਪਲਿਨ 'ਚ ਰਹਿਣਾ ਬੜਾ ਜ਼ਰੂਰੀ ਹੁੰਦਾ ਪਾਰਟੀ ਦੇ। ਜੇ ਪਾਰਟੀ ਦੇ ਡਿਸਿਪਲਿਨ 'ਚ ਰਹਿ ਕੇ ਨਹੀਂ ਰਹੋਗੇ ਤਾਂ ਹੁਣ ਮੈਂ ਉਹਨੂੰ ਕਹਿ ਬੈਠੀ ਹਾਂ, ਜ਼ੋਰ ਦੇ ਕੇ ਕਿਹਾ ਅਤੇ ਬਾਹਰ ਕੱਢ ਕੇ ਰੱਖ ਦਿੱਤਾ ਉਹਨਾਂ ਨੇ। ਪਹਿਲਾਂ ਮੈਂ ਕਹਿੰਦੀ ਸੀਗੀ ਫਿਰ ਚੁੱਪ ਕਰ ਜਾਂਦੀ ਸੀ, ਪਹਿਲਾਂ ਮੈਂ ਰੋਕਦੀ ਸੀ ਫਿਰ ਚੁੱਪ ਕਰ ਜਾਂਦੀ ਸੀ। ਟੋਕਣਾ ਨਹੀਂ, ਖੈਰ ਕਈ ਕੰਮ ਤੇ ਮੈਂ ਮੰਨੇ ਹੀ ਨਹੀਂ, ਮੈਂ ਨਹੀਂ ਮੰਨੀ ਉਹਨਾਂ ਦੀ ਗੱਲ, ਮੈਂ ਨਹੀਂ ਮੰਨੀ ਤੇ ਤਾਂ ਹੀ ਉਹ ਕਹਿੰਦੇ ਮਨਮਾਨੀ ਕਰਦੀ, ਇਹ ਸਾਡੀ ਗੱਲ ਨਹੀਂ ਮੰਨਦੀ। ਤੁਸੀਂ ਤਾਂ ਉਦੋਂ ਤਾਰੀਫਾਂ ਦੇ ਪੁੱਲ ਬੰਨ੍ਹਦੇ ਸੀ ਜਦੋਂ ਵੀ ਕਿਤੇ ਕੋਈ ਸਪੀਚ ਹੁੰਦੀ? ਫਰਜ਼ ਸੀ ਬੰਨਣਾ, ਮੇਰੀ ਪਾਰਟੀ ਸੀ, ਮੈਂ ਚਾਹੁੰਦੀ ਸੀ ਮੇਰੀ ਪਾਰਟੀ ਤਕੜੀ ਹੋਵੇ, ਮੈਂ ਕਹਿੰਦੀ ਸੀਗੀ ਕਿ ਮੇਰੀ ਪਾਰਟੀ ਕਮਜ਼ੋਰ ਨਾ ਹੋਵੇ। ਪਰ ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਬੰਦੇ ਸਿੰਸੀਅਰਲੀ ਪਾਰਟੀ ਵੀ ਸਟਰੋਂਗ ਚਾਹੁੰਦੇ ਹੋਣ ਅਤੇ ਉਹ ਸੰਸਥਾ ਨੂੰ ਵੀ ਬਚਾਉਣਾ ਚਾਹੁੰਦੇ ਹੋਣ, ਉਹ ਕਿਉਂ ਮਾੜੇ ਲੱਗਣ? ਮੈਂ ਤਾਂ ਸੰਸਥਾ ਹੀ ਬਚਾਉਣੀ ਚਾਹੁੰਦੀ ਸੀ। ਜੇ ਮੈਂ ਉੱਥੇ ਸੀ ਤਾਂ ਮੈਂ ਸਿੰਸੀਅਰ ਉੱਥੇ ਸੀ। ਕਰੋਨਾ ਦਾ ਸਮਾਂ ਆਇਆ, ਮੈਂ ਡਟ ਕੇ ਸੇਵਾ ਕੀਤੀ। ਜੇ ਕਿਸਾਨ ਮੋਰਚਾ ਲੱਗਾ, ਡਟ ਕੇ ਸੇਵਾ ਕੀਤੀ। ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਹੋਇਆ, ਸ਼ਤਾਬਦੀਆਂ ਹੋਈਆਂ, 3-3 ਮਹੀਨੇ ਮੈਂ ਲਗਾਤਾਰ ਨੰਗੇ ਪੈਰੀਂ ਉੱਥੇ ਸੇਵਾ ਕਰਦੀ ਰਹੀ ਹਾਂ ਵੀ ਨਹੀਂ ਕੋਈ ਕਮੀ ਨਾ ਰਹੇ ਸੀ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਜੇ ਕਾਲਜਾਂ 'ਚ, ਸਕੂਲਾਂ 'ਚ ਵੱਧ ਤੋਂ ਵੱਧ ਸੁਧਾਰ ਕੀਤੇ ਜਾ ਸਕਣ, ਮੈਂ ਆਪਣੇ ਯਤਨ ਕੀਤੇ ਆ ਪੂਰੇ। ਜੇ ਮੈਂ ਉੱਥੇ ਕਰਦੀ ਸੀ, ਇਸ ਲਈ ਕਰਦੀ ਸੀ ਤੇ ਮੇਰੀ ਸੰਸਥਾ ਦਾ ਨੁਕਸਾਨ ਨਾ ਹੋਵੇ, ਮੇਰੀ ਮਤਲਬ ਕੌਮ ਦੀ ਸੰਸਥਾ ਦੀ। ਜੇ ਮੈਂ ਇੱਧਰ ਪਾਰਟੀ ਦੀ ਵਫਾਦਾਰ ਸੀ ਤੇ ਮੈਂ ਚਾਹੁੰਦੀ ਸੀ ਪਾਰਟੀ ਨਾਲ ਨੁਕਸਾਨ ਨਹੀਂ ਜਾਏ, ਪਰ ਉਹਨਾਂ ਨੂੰ ਚਿੰਤਾ ਹੀ ਕੋਈ ਨਹੀਂ ਜੀ। ਜਿਹੜੇ ਬੰਦੇ ਨੁਕਸਾਨ ਕਰਦੇ ਆ ਉਹ ਚੰਗੇ ਲੱਗਦੇ ਆ, ਜਿਹੜੇ ਨਹੀਂ ਨੁਕਸਾਨ ਕਰਦੇ, ਜਿਹੜੇ
ਉਹਦਾ ਭਲਾ ਚਾਹੁੰਦੇ ਆ, ਉਹਨਾਂ ਨੂੰ ਕਹਿੰਦੇ ਬਾਹਰ ਜਾਓ ਤੁਸੀਂ। ਜ਼ਿਆਦਾਤਰ ਕਿਹੜੇ ਕਹਿੰਦੇ ਸੀਗੇ, ਜਾਂ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਤੁਹਾਨੂੰ ਕਦੇ ਕਹਿੰਦੇ ਹੋਣ ਵੀ ਇਹ ਇਸ ਤਰੀਕੇ ਨਾਲ ਰਹੋ, ਅਨੁਸ਼ਾਸਨ ਦੇ ਰਹੋ? ਆਮ ਤੌਰ ਤੇ ਹੁਣ ਵੀ ਕਈ ਪਾਰਟੀਆਂ ਤੇ ਇਲਜ਼ਾਮ ਲੱਗ ਰਹੇ ਕਿ ਕੋਈ ਬੋਲਦਾ ਨਹੀਂ, ਉਹਨਾਂ ਤੋਂ ਕੋਲੋਂ ਡਰਦੇ ਨੇ, ਭਾਵੇਂ ਆਮ ਆਦਮੀ ਪਾਰਟੀ ਹੈ ਭਾਵੇਂ ਕਾਂਗਰਸ ਹੈਗੇ, ਲਗਾਤਾਰ ਇਸ ਤਰੀਕੇ ਨਾਲ ਕਿ ਆਪਣੀਆਂ ਪਾਰਟੀਆਂ ਤੋਂ ਡਰ ਕੇ ਰਹਿੰਦੇ ਨੇ। ਫਿਰ ਤੁਸੀਂ ਵੀ ਇਸ ਤਰੀਕੇ ਨਾਲ, ਕਿ ਕੌਣ ਸੀਗਾ ਇੱਕ ਅਜਿਹਾ ਬੰਦਾ ਜਿਹੜਾ ਤੁਹਾਨੂੰ ਕਹਿ ਦਿੰਦਾ ਸੀ ਕਿ ਚੁੱਪ ਰਹੋ? ਸੱਚੀ ਦੱਸਾਂ ਜੀ, ਮੈਂ ਇੰਨੀ ਡਰੀ ਵੀ ਨਹੀਂ, ਮੈਨੂੰ ਗੱਲ ਕਹਿ ਦਿੰਦੀ ਸੀ। ਮੈਂ ਘੰਟਾ ਬਹਿ ਕੇ ਬਾਦਲ ਸਾਹਿਬ ਨਾਲ ਵੀ ਡਿਸਕਸ ਕਰਦੀ ਰਹੀ ਹਾਂ ਵੀ ਆਹ ਗਲਤ ਹੈ ਜੀ, ਇਹ ਨਹੀਂ ਹੋਣਾ ਚਾਹੀਦਾ ਜੀ, ਇਹ ਪੰਥ ਦੇ ਖਿਲਾਫ ਹੈ ਜੀ, ਇਹ ਸਾਡੀ ਸਿਧਾਂਤ ਦੇ ਖਿਲਾਫ ਹੈ। ਮੈਂ ਕਹਿੰਦੀ ਰਹੀ ਹਾਂ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਇਹੀ ਗੱਲਾਂ ਤੇ ਮੈਂ ਕਹਿੰਦੀ ਰਹੀ ਹਾਂ ਕਿ ਇਹ ਲੋਕ ਜਿਹੜੇ ਆ, ਇਹ ਤਾਂ ਬੰਦ ਕਮਰੇ ਦੇ ਵਿੱਚ ਕਹਿੰਦੇ ਸੀ, ਜਨਤਕ ਤਾਂ ਨਹੀਂ ਕਿਹਾ? ਨਹੀਂ ਜਨਤਕ ਕਿਉਂ, ਦੇਖੋ ਡਿਸਿਪਲਿਨ ਹੁੰਦਾ ਕੋਈ, ਪਾਰਟੀ ਪਰਿਵਾਰ ਹੈ ਜੀ ਸਾਡਾ, ਪਰਿਵਾਰ ਉੱਜੜ ਜਾਏ। ਹੁਣ ਆਪੇ ਤੁਸੀਂ ਕਹਿੰਦੇ ਆ ਏਕਤਾ ਹੋਣੀ ਚਾਹੀਦੀ ਹੈ, ਪਰਿਵਾਰ ਉੱਜੜਨਾ ਨਹੀਂ ਚਾਹੀਦਾ। ਜੇ ਪਰਿਵਾਰ ਨੂੰ ਬਚਾਉਣਾ ਮੇਰੀ ਜ਼ਿੰਮੇਵਾਰੀ ਹੈ ਤੇ ਉਹਦੀ ਤਾਕਤ ਬਣਾਉਣੀ ਵੀ ਮੇਰੀ ਜ਼ਿੰਮੇਵਾਰੀ ਹੈ। ਜੇ ਮੈਂ ਪਰਿਵਾਰ ਵਿੱਚ ਬੈਠੀ, ਮੈਂ ਤਾਂ ਉਹਦੇ ਸੁੱਖ ਮੰਗਾਂਗੀ। ਤੇ ਜੇ ਮੈਂ ਆਪਣੇ ਪਰਿਵਾਰ 'ਚ ਬਹਿ ਕੇ ਅੰਦਰ ਵੜ ਕੇ ਉਹਨੂੰ ਕਹਿ ਹੀ ਆਈ ਹੈ ਵੀ ਆਹ ਚੀਜ਼ਾਂ ਦਾ ਲੋਕੀ ਮਹਿਸੂਸ ਕਰਦੇ ਆ, ਪ੍ਰਧਾਨ ਜੀ ਧਿਆਨ ਰੱਖੋ, ਥੋੜ੍ਹੀ ਜਿਹੀ ਆਪਾਂ ਗੁਰੇਜ਼ ਕਰ ਲਿਆ ਕਰੀਏ, ਆਪਾਂ ਥੋੜ੍ਹੀ ਦੂਰੀ ਬਣਾ ਲਿਆ ਕਰੀਏ। ਉਹਨਾਂ ਨੇ ਜਿੱਦਣ ਮੈਂ ਕਹਿ ਕੇ ਆਈ ਹਾਂ ਸ਼ਾਮ ਨੂੰ, ਮੈਨੂੰ ਪਾਰਟੀ 'ਚੋਂ ਬਾਹਰ ਕੱਢ ਦਿੱਤਾ। ਕਿਹੜੇ ਕੰਮ ਸੀਗੇ ਜਿਹੜੇ ਬੀਬੀ ਜੀ ਰਹਿੰਦੇ ਹੋਏ ਕਰਨਾ ਚਾਹੁੰਦੇ ਸੀ ਕਿ ਇਹ ਕੰਮ ਹੋਣ, ਅਸਲ ਦੇ ਵਿੱਚ ਇਹ ਸੰਗਤ ਮੰਗ ਕਰਦੀ ਹੈ? ਕੰਮ ਤੇ ਮੁੱਕਦੇ ਹੀ ਨਹੀਂ ਜੀ, ਉੱਥੇ ਕੰਮ ਤੇ ਮੁੱਕਦੇ ਹੀ ਨਹੀਂ। ਅਸਲ ਦੇ ਵਿੱਚ ਕਿਹੜੇ ਸੰਗਤ ਦੇ ਨੇ ਜਿਹੜੇ ਇਹ ਕੰਮ? ਸੰਗਤ ਦਾ ਜਿਸ ਤਰ੍ਹਾਂ ਉਹ ਕਹਿੰਦੇ ਸੀਗੇ ਵੀ ਪੀਟੀਸੀ ਚੈਨਲ ਜੀ ਤੁਸੀਂ ਇੱਕੋ ਪਰਿਵਾਰ ਨੂੰ ਦਿੱਤਾ ਹੋਇਆ ਜੀ, ਬਾਕੀਆਂ ਨੂੰ ਦਿੰਦੇ ਨਹੀਂ, ਤੁਹਾਡੇ ਚੈਨਲਾਂ ਵਾਲੇ ਹੀ ਰੌਲਾ ਪਾਉਂਦੇ ਸੀ। ਤੁਸੀਂ ਆਪ ਵੀ ਕਹਿ ਦਿੰਦੇ ਸੀ ਕਿ ਕੋਈ ਕਿਸੇ ਨੂੰ ਫੀਡ ਚਾਹੀਦਾ ਤਾਂ ਲੈ ਜਾਂਦੇ, ਇਹ ਤੁਸੀਂ ਕਹਿ ਦਿੰਦੇ ਸੀਗੇ? ਕਹਿੰਦੀ ਸੀ, ਪਰ ਉਹ ਉਹਨਾਂ ਦੇ ਦਿਮਾਗ 'ਚ ਇੱਕ ਗੱਲ ਆਉਂਦੀ ਹੈ ਕਿ ਇਹ ਚੈਨਲ ਇੰਨਾ ਲੰਬਾ ਇੱਕ ਚੱਲਦਾ ਤੇ ਦੂਜੇ ਨੂੰ ਕਿਉਂ ਨਹੀਂ ਮੌਕਾ ਦਿੱਤਾ ਜਾਂਦਾ। ਅਸੀਂ ਕਹਿੰਦੇ ਸੀ ਅਸੀਂ ਆਪਣਾ ਬਣਾਉਣਾ ਜੀ, ਐਲਾਨ ਵੀ ਕੀਤਾ, ਸਿੰਘ ਸਾਹਿਬ ਨੇ ਵੀ ਕਹਿ ਦਿੱਤਾ, ਆਦੇਸ਼ ਜਾਰੀ ਕੀਤੇ, ਲੇਕਿਨ ਅੱਜ ਤੱਕ ਪ੍ਰਧਾਨ ਸਾਹਿਬ ਨੇ ਉਹਨੂੰ ਮੰਨਿਆ ਨਹੀਂ। ਕਿਹਾ ਵੀ ਸੀਗਾ ਕਿ ਮੈਂ 7 ਦਿਨ 'ਚ ਬਣਾ ਲਓ। ਇਹੀ ਗੱਲਾਂ ਮੈਂ ਉਹਨੂੰ ਕਹੀਆਂ ਕਿ ਕਿਉਂ ਨਹੀਂ ਤੁਸੀਂ ਆਦੇਸ਼ ਜਾਰੀ ਲਾਗੂ ਕਰਦੇ। ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਇਹ ਚੈਨਲ ਸਾਡਾ ਤੇ ਬੀਬੀ ਜੀ ਕਿੱਦਾਂ ਕਹਿੰਦੇ ਆ ਕਿ ਬੰਦ ਕਰੋ। ਮੈਂ ਕਿਹਾ ਜੇ ਮੈਨੂੰ ਸੇਵਾ ਮਿਲ ਗਈ ਤੇ ਮੈਂ ਕਰ ਦੇਣਾ। ਮੈਂ ਇਹ ਕਹਿੰਦੀ ਸੀ ਜੇ ਮੈਨੂੰ ਸੇਵਾ ਮਿਲ ਗਈ ਤੇ ਮੈਂ ਪਹਿਲਾਂ ਆਦੇਸ਼ ਦੀ ਪਾਲਣਾ ਕਰਨੀ। ਬਸ ਇੱਦਾਂ ਦੀਆਂ ਗੱਲਾਂ ਸੀਗੀਆਂ ਜੀ। ਬੀਬੀ ਜੀ ਅਨਾਉਂਸ ਹੋ ਗਿਆ ਕਿ ਵੋਟਾਂ ਬਣਨਗੀਆਂ, ਵੋਟਾਂ ਸੰਗਤ ਬਣਾਏਗੀ, ਚਾਹਵਾਨ ਜਿਹੜੇ ਨੇ ਕਈ ਸੋਚਦੇ ਵੀ ਕਿ ਹੋਣਾ ਚਾਹੀਦਾ ਕਿ ਵੱਖਰੇ ਤੌਰ ਤੇ ਪ੍ਰਧਾਨ ਹੋਣੇ ਚਾਹੀਦੇ, ਜਥੇਦਾਰ ਸਾਹਿਬ ਹੋਣੇ ਚਾਹੀਦੇ, ਤਾਂ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਜਿਵੇਂ ਤੁਸੀਂ ਸ਼ਬਦ ਵਰਤੇ ਸੀਗੇ, ਵਾਰੀ ਮੈਂ ਰਿਪੀਟ ਨਹੀਂ ਕਰਾਂਗਾ। ਕਿਵੇਂ ਦੇਖਦੇ ਹੋ ਅਗਰ ਜੇ ਤੁਸੀਂ ਚੋਣ ਜਿੱਤਦੇ ਹੋ, ਸਭ ਤੋਂ ਪਹਿਲਾਂ ਕਿਹੜੇ ਅਜਿਹੇ ਬਦਲਾਅ ਕਰਨੇ ਨੇ ਕਿ ਐਸਜੀਪੀਸੀ ਦੇ ਵਿੱਚ ਇਹ ਬਦਲਾਅ ਹੋਣੇ ਚਾਹੀਦੇ? ਦੇਖੋ ਜੀ ਅਸੀਂ ਏਜੰਡੇ ਦਿੱਤੇ, ਬਹੁਤ ਸਾਰੇ ਏਜੰਡੇ ਨੇ, ਉਹ ਏਜੰਡਿਆਂ ਨੂੰ ਤਾਂ ਅਸੀਂ ਦੱਸ ਦਿਆਂਗੇ ਇਕੱਲੇ ਮੈਂ ਹੁਣ ਦੱਸਾਂ, ਲੰਬੀ ਲਿਸਟ ਹੈ। ਏਜੰਡੇ ਤਿਆਰ ਕਰਾਂਗੇ, ਮੈਨੀਫੈਸਟੋ ਬਣਾਵਾਂਗੇ, ਜੇ ਚੋਣ ਅਸੀਂ ਲੜਾਂਗੇ ਸੰਗਤ ਦੇ ਸਾਹਮਣੇ ਰੱਖਾਂਗੇ ਔਰ ਵਧੀਆ ਢੰਗ ਦੇ ਨਾਲ ਸੰਗਤ ਸਹਿਯੋਗ ਦੇਗੀ। ਮੈਨੂੰ ਆਸ ਹੈ ਕਿਉਂਕਿ ਬਹੁਤ ਅੱਛਾ ਪੋਜ਼ਿਟਿਵ ਹੁੰਗਾਰਾ ਆ ਰਿਹਾ ਔਰ ਮੇਰਾ ਖਿਆਲ ਹੈ ਕਿ ਸਾਰਾ ਦਿਨ 'ਚ ਕਈ ਟੈਲੀਫੋਨ ਆਉਂਦੇ ਕਿ ਅਸੀਂ ਬਿਲਕੁਲ ਨਾਲ ਹੈ। ਤੁਸੀਂ ਜੇ ਇੱਦਾਂ ਪੰਥ ਦੀ ਗੱਲ ਕਰੀ ਜਾਓਗੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਤੌਰ ਦੇ ਉੱਤੇ ਚੰਗੀ ਸੇਵਾ ਨਿਭਾ ਸਕਦੀ ਹੈ। ਔਰ ਮੈਂ ਇਹ ਬੇਨਤੀ ਕਰਦੀ ਗੁਰਸਿੱਖਾਂ ਨੂੰ ਕਿ ਅਰਦਾਸ ਕਰੋ ਕਿ ਜੇ ਅਸੀਂ ਕੁਝ ਕਲੈਕਟਿਵਲੀ ਵਿਅਕਤੀਆਂ ਨੇ ਰਲ ਕੇ ਕੋਈ ਸੋਚ ਬਣਾਈ ਹੈ ਤੇ ਉਹਨੂੰ ਸਾਰੇ ਸੰਗਤ ਉਹਦਾ ਸਾਥ ਦੇ ਕੇ ਇਹਨੂੰ ਤਕੜਾ ਕਰ ਸਕੇ। ਲੋਕਾਂ ਦਾ ਸਵਾਲ ਹੈ ਬੀਬੀ ਜੀ, ਕਹਿੰਦੇ ਭਾਜਪਾ ਨੂੰ ਸਮਰਥਨ ਦੇਣਾ, ਉਹਨਾਂ ਨੇ ਕੀ ਸਵਾਰਿਆ ਪੰਜਾਬ ਦਾ, ਤਾਂ ਕੀ ਸਵਾਰਨਗੇ? ਉਹਨਾਂ ਦਾ ਸਾਥ ਜਿਹੜਾ ਦੇਣਾ ਚਾਹੁੰਦੇ ਨੇ ਬੀਬੀ ਜੀ, ਇਸ ਨੂੰ ਕਿਵੇਂ ਦੇਖਦੇ ਹੋ? ਮੈਂ ਕੋਈ ਪਾਰਟੀ ਹੈ ਜੀ ਜਿਹੜਾ ਮੈਂ ਸਾਥ ਦੇਣਾ ਉਹਨਾਂ ਦਾ, ਉਹ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਵੀ ਸ਼੍ਰੋਮਣੀ ਅਕਾਲੀ ਦਲ ਦਾ ਅਲਾਇੰਸ ਕਰਨਾ ਚਾਹੁੰਦੇ ਆ, ਮੈਂ ਤਾਂ ਨਹੀਂ। ਦੂਜੀ ਗੱਲ ਦੇਖੋ, ਤੁਸੀਂ ਇਹ ਵੀ ਆਪਾਂ ਨਾ ਕਹੀਏ ਵੀ ਉਹਨਾਂ ਕੀ ਨਹੀਂ ਸਵਾਰਿਆ। ਜਿੰਨੀ ਡਿਵੈਲਪਮੈਂਟ ਕੀਤੀ ਸੀ ਪੰਜਾਬ ਸਰਕਾਰ ਨੇ, ਜਿੰਨੇ ਵੱਡੇ ਪ੍ਰੋਜੈਕਟ ਹੈ ਉਹ ਉੱਥੋਂ ਹੀ ਆਉਂਦੇ ਆ, ਘਰੋਂ ਨਹੀਂ ਬਣੇ। ਨੈਸ਼ਨਲ ਹਾਈਵੇ ਜਿੰਨੇ ਬਣੇ, ਏਮਸ ਵਰਗੇ ਹਸਪਤਾਲ ਬਣੇ, ਯੂਨੀਵਰਸਿਟੀਆਂ ਬਣੀਆਂ, ਜਿਹੜੀਆਂ ਪ੍ਰੋਜੈਕਟ ਲੱਗੇ ਆ, ਰਿਫਾਈਨਰੀ ਵਰਗੀ ਇੰਡਸਟਰੀ ਲੱਗੀ ਹੈ। ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ, ਪ੍ਰਕਾਸ਼ ਸਿੰਘ ਬਾਦਲ ਹੋਰੀ ਕਹਿੰਦੇ ਅਸੀਂ ਕਰਵਾਇਆ ਸਾਰਾ। ਉਹ ਪ੍ਰੋਜੈਕਟ ਤਾਂ ਉੱਥੋਂ ਆਉਂਦੇ ਨਾ, ਪੈਸਾ ਵੀ ਉੱਥੋਂ ਆਉਂਦਾ। ਫਿਰ ਇੰਟਰਨੈਸ਼ਨਲ ਏਅਰਪੋਰਟ ਕਰਵਾਉਣਾ ਤੇ ਪੰਜਾਬ ਸਰਕਾਰ ਨੇ ਪੈਰਵਾਈ ਕਰਨੀ ਹੁੰਦੀ ਹੈ ਨਾ। ਪੰਜਾਬ ਸਰਕਾਰ ਨੇ ਜਿੰਨੇ ਵੱਡੇ ਪ੍ਰੋਜੈਕਟ ਕੀਤੇ ਹੈ, ਜਿੰਨੇ ਵੱਡੇ ਕੰਮ ਕੀਤੇ ਹੈ, ਸਾਰੇ ਭਾਰਤ ਸਰਕਾਰ ਕੋਲ ਲਿਆ ਕੇ ਕੀਤੇ ਹੈ। ਤੇ ਜੇ ਭਾਰਤ ਸਰਕਾਰ 'ਚ ਸਾਡੀ ਸੁਣਵਾਈ ਸੀ, ਜੇ ਉਹਨਾਂ ਨਾਲ ਸਾਡਾ ਅਲਾਇੰਸ ਸੀ, ਤਾਂ ਹੀ ਹੋਏ ਨਾ। ਜੇ ਸਾਡੇ ਮਸਲੇ ਆਹ ਕਮਜ਼ੋਰੀ ਰਹਿ ਗਈ ਕਿ ਸਾਡੇ ਮਸਲੇ ਜਿਹੜੇ ਸਿੱਖਾਂ ਦੇ ਸੀ ਉਹ ਪੂਰੇ ਹੱਲ ਨਹੀਂ ਹੋਏ। ਇਹ ਹੁਣ ਸਾਡੀ ਹਿੰਮਤ ਹੈ ਕਿ ਅਸੀਂ ਤਕੜੇ ਹੋ ਕੇ ਉਹਨਾਂ ਦੇ ਪਿੱਛੇ ਪਈਏ। ਔਰ ਮੈਂ ਤਾਂ ਕਹਿੰਦੀ ਸਾਰੀਆਂ ਪਾਰਟੀਆਂ ਨੂੰ, ਜਿੰਨੇ ਸਿੱਖ ਜਿੱਥੇ ਵੀ ਹੈਗੇ ਆ, ਜਿੰਨੇ ਵੀ ਕੋਈ ਮੰਤਰੀ ਹੈ, ਕੋਈ ਸਰਕਾਰ ਹੈ, ਤੇ ਭਗਵੰਤ ਸਿੰਘ ਮਾਨ ਜੀ ਨੂੰ ਵੀ ਨਾਲ ਰੱਖਣਾ ਚਾਹੀਦਾ ਕਿ ਇਹ ਮਸਲੇ ਜਿਹੜੇ ਜਾ ਕੇ ਉੱਥੇ ਹੱਲ ਕਰਾਉਣ। ਬੀਬੀ ਜੀ, ਜਿਸ ਤਰੀਕੇ ਨਾਲ ਤੁਸੀਂ ਹੁਣ ਆਪਣਾ ਅਲੱਗ ਕਰ ਲਿਆ ਸਭ ਕੁਝ, ਤਾਂ ਅਕਾਲੀ ਦਲ ਦੇ ਵਿੱਚੋਂ ਇਹ ਵੀ ਆਵਾਜ਼ ਆ ਰਹੀ ਹੈ ਕਿ ਬੀਬੀ ਜੀ ਇਹ ਮੰਗ ਕਰਦੇ ਸੀ ਕਿ ਮੈਨੂੰ ਤੀਜੀ ਵਾਰ ਪ੍ਰਧਾਨ ਬਣਾ ਦਿਓ,
ਤਾਂ ਇਸ ਕਰਕੇ ਹੀ ਉਹਨਾਂ ਨੇ ਆਪਣੀ ਇਹ ਨਾਰਾਜ਼ਗੀ 'ਚ ਦਿਖਾਉਂਦੇ ਜਿਹੜੇ ਨੇ ਵੱਖਰੇ ਚੱਲ ਗਏ ਨੇ। ਜੇ ਮੈਨੂੰ ਤਾਂ ਮੰਗ ਕਰਨ ਦੀ ਲੋੜ ਹੀ ਨਹੀਂ ਪਈ ਕਦੀ। ਅੱਗੇ 4 ਵਾਰੀ ਬਣਾਇਆ, ਮੈਂ ਮੰਗ ਕੀਤੀ ਸੀ, ਮੈਨੂੰ ਵਿਸ਼ਵਾਸ ਸੀ ਆਪਣੇ ਪ੍ਰਧਾਨ ਦੇ ਉੱਤੇ। ਇਹ ਤੇ ਹੋ ਹੀ ਨਹੀਂ ਸਕਦਾ ਕਿ ਮੈਨੂੰ ਮੰਗ ਰੱਖਣੀ ਪਈ ਹੋਵੇ। ਕਿਉਂ ਵਿਸ਼ਵਾਸ ਟੁੱਟ ਗਿਆ ਫਿਰ ਤੁਹਾਡਾ? ਵਿਸ਼ਵਾਸ ਹੀ ਨਹੀਂ, ਮੈਂ ਤਾਂ ਬਾਹਰ ਗਈ ਨਹੀਂ। ਮੈਂ ਤੇ ਸੁਝਾਅ ਜ਼ਰੂਰ ਦੇ ਕੇ ਆਈ ਹੈ, ਮੈਂ ਕੰਮ ਉਹਨਾਂ ਨੂੰ ਗੱਲਾਂ ਕਹਿ ਕੇ ਆਈ ਹਾਂ ਕਿ ਆਹ ਕਰਿਓ, ਇਹ ਕਰੋ। ਮੈਂਬਰਾਂ ਨੂੰ ਮੈਂ 80 ਕੁ ਮੈਂਬਰਾਂ ਕੋਲੋਂ ਫੀਡਬੈਕ ਲਈ ਹੈ। ਮੈਂਬਰ ਇਸ ਵੇਲੇ ਥੋੜ੍ਹੇ ਜਿਹੇ ਇਸ ਗੱਲ 'ਤੇ ਨਾਰਾਜ਼ ਹੈ ਕਿ ਸਾਨੂੰ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ 'ਚ ਜਦੋਂ ਅਸੀਂ ਚੋਣ ਲੜਨੀ ਹੈ ਸਾਨੂੰ ਵੋਟਾਂ ਨਹੀਂ ਪੈਣੀਆਂ। ਇਹ ਮੈਂ ਫੀਡਬੈਕ ਲਿਆ ਕੇ ਦਿੱਤੀ ਇਹਨਾਂ ਨੂੰ। ਮੈਂ ਕਿਹਾ ਬਾਦਲ ਸਾਹਿਬ ਲੋਕੀ ਮੈਂਬਰ ਇਹ ਮਹਿਸੂਸ ਕਰਦੇ ਹੈ, ਇਸ ਕਰਕੇ ਥੋੜ੍ਹੀ ਜਿਹੀ ਤੁਸੀਂ ਸਿਸਟਮ ਨੂੰ ਚੇਂਜ ਕਰ ਲਓ ਕਿਸੇ ਤਰੀਕੇ ਨਾਲ। ਉਹ ਕਹਿੰਦੇ ਕਿ ਲੋਕੀ ਸਾਨੂੰ ਬਹੁਤ ਤਾਨੇ ਮਾਣੇ ਮਾਰਦੇ ਆ ਕਿ ਤੁਸੀਂ ਤੇ ਸਾਰਾ ਕਬਜ਼ਾ ਸਿਆਸਤ ਦਾ ਕੀਤਾ ਹੋਇਆ ਉੱਥੇ। ਮੈਂ ਤਾਂ ਲੋਕਾਂ ਦੀਆਂ ਗੱਲਾਂ ਕਹੀਆਂ ਜਾ ਕੇ ਉਹਨਾਂ ਨੂੰ ਵੀ ਲੋਕੀ ਕਹਿੰਦੇ ਆ ਕਿ ਤੁਹਾਡਾ ਆਉਣਾ ਬੜਾ ਵੱਡਾ ਜਿਹੜੀ ਜਨਰਲ ਇਲੈਕਸ਼ਨ ਹੈ ਬਹੁਤ ਨੁਕਸਾਨ ਹੋ ਜਾਣਾ। ਅਤੇ ਉਹ ਗੁੱਸਾ ਕਰਕੇ ਮੈਂ ਕੀ ਕਰਦੀ, ਮੈਨੂੰ ਤਾਂ ਪਤਾ ਹੀ ਨਹੀਂ। ਉਹ ਸਸਪੈਂਡ ਕਰਤਾ ਉਹਨਾਂ ਮੈਨੂੰ ਕਿ ਮੇਰੀ ਫੀਡਬੈਕ ਉਹਨਾਂ ਲਈ ਹੋਣੀ ਹੈ ਅਤੇ ਮੇਰੇ ਨਾਲ 80-82 ਦੀ ਲਿਸਟ ਆ ਗਈ। ਉਹਨਾਂ ਸੱਚਾਈ ਉਹ ਮੰਨਣ ਜਾਂ ਨਾ ਮੰਨਣ, ਉਹ ਲਿਸਟ ਮੇਰੇ ਕੋਲ ਪਹੁੰਚ ਗਈ। ਦਫ਼ਤਰ 'ਚ ਮੇਰੇ ਵੀ ਤਾਂ ਬੰਦੇ ਬੈਠੇ ਹੁੰਦੇ ਉੱਥੇ ਜਾਣਕਾਰੀ। ਉਹਨਾਂ ਨੇ ਮੈਨੂੰ ਭੇਜੀ, ਪਹਿਲੇ ਦਿਨ ਲਿਸਟ ਇੰਟੈਲੀਜੈਂਸ ਦੀ 82 ਦੀ ਆ ਗਈ। ਦੂਜੇ ਦਿਨ ਜਦੋਂ ਇਹਨਾਂ ਨੇ ਦੇਖਿਆ ਵੀ ਕਿੰਨੇ ਕੁ ਟੁੱਟੇ, ਫਿਰ 75 ਦੀ ਆਈ ਅਤੇ 7 ਹੀ ਟੁੱਟੇ ਸੀਗੇ। ਇਹਨੇ ਕਿਹਾ ਡਿਸਮਿਸ ਕਰੋ ਵੀ ਜੇ ਇੱਦਾਂ ਖੜੀ। ਮੈਂ ਇਹ ਜ਼ਰੂਰ ਕਿਹਾ ਵੀ 2 ਕੈਂਡੀਡੇਟ ਹਮੇਸ਼ਾ ਖਲੋਂਦੇ ਆ, ਤੁਸੀਂ ਆਪਣੀ ਜਿੱਦਾਂ ਖੜਗੇ ਨੂੰ ਤੇ ਦੂਜੇ ਨੂੰ ਖੜਾ ਕੀਤਾ ਸੀਗਾ ਕਾਂਗਰਸ ਨੇ, ਤੁਸੀਂ ਵੀ ਇੱਦਾਂ ਖੜੇ ਕਰ ਦਿਓ, ਆਪੇ ਜਿਹੜਾ ਤੁਸੀਂ ਜਿਤਾਉਣਾ ਜਿਤਾ ਲਿਓ, ਦੂਜਾ ਹਾਰ ਜੂਗਾ। ਤੇ ਕਹਿੰਦੇ ਇਹ ਕਿੱਦਾਂ ਹੁੰਦਾ? ਬੀਬੀ ਜੀ ਅਖੀਰਲਾ ਸਵਾਲ ਕਰਨਾ ਚਾਹਾਂਗਾ। ਲਗਾਤਾਰ ਪੰਜਾਬ ਦੀ ਸਿਆਸਤ ਵੀ ਵੱਖਰਾ ਮੋੜ ਲੈ ਰਹੀ ਹੈ, ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਬਿਕਰਮ ਮਜੀਠੀਆ ਹੋਰਾਂ ਨੂੰ ਜੱਫੀ ਪਾਈ ਹੈ, ਤਾਂ ਇਸ ਤਰੀਕੇ ਇਕੱਠੇ ਵੀ ਹੋ ਰਹੇ ਨੇ। ਤਾਂ ਇਹ ਵੀ ਹੁੰਦਾ ਕਿ ਪੰਥ ਇਕੱਠਾ ਹੋਣਾ ਚਾਹੀਦਾ, ਇਹ ਵੀ ਮੰਗ ਕੀਤੀ ਜਾਂਦੀ ਹੈ। ਤੁਸੀਂ ਉਹਨਾਂ ਦੀ ਜੱਫੀ ਨੂੰ ਕਿਵੇਂ ਦੇਖਦੇ ਹੋ? ਤਾਂ ਇੱਕ ਭਗਵੰਤ ਮਾਨ ਹੋਰਾਂ ਨੇ ਬੀਤੇ ਦਿਨਾਂ ਦੇ ਵਿੱਚ ਜਿਹੜਾ ਸ਼ਬਦ ਵਰਤੇ ਨੇ, ਪਹਿਲਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵਰਤੇ, ਉਸ ਤੋਂ ਬਾਅਦ ਫਿਰ ਭਗਵੰਤ ਮਾਨ ਨੇ ਰਿਪਲਾਈ ਕਰਦੇ ਨੇ। ਕੀ ਲੱਗਦਾ ਲੋਕਾਂ ਦੇ ਮੁੱਦੇ ਵੱਡੇ ਨੇ ਤਾਂ ਆਪਣੇ ਹੀ ਜਿਹੜੇ ਪਰਸਨਲ ਚੀਜ਼ਾਂ ਨੂੰ ਵਾਰ-ਵਾਰ ਜਨਤਕ ਕਰੀ ਜਾ ਰਹੇ ਨੇ ਕਿ ਇਸ ਤਰੀਕੇ ਨਾਲ ਉਹਨੇ ਇਹ ਬੋਲਤਾ, ਇਹਨੇ ਇਹ ਬੋਲਤਾ? ਮੈਂ ਵੈਸੇ ਹੀ ਇਸ ਗੱਲ ਦੇ ਖਿਲਾਫ ਹਾਂ ਜੀ ਕਿ ਇੱਕ ਦੂਜੇ 'ਤੇ ਕਿੰਤੂ ਪਰੰਤੂ ਬਹੁਤਾ ਨਹੀਂ ਕਰਨਾ ਚਾਹੀਦਾ। ਸਾਡੇ ਬਹੁਤ ਸਾਰੇ ਮਸਲੇ ਹੈ, ਪੰਜਾਬ ਦੇ ਮਸਲੇ ਹੈ, ਕਦੀ ਮੈਂ ਤਾਂ ਸਮਝਦੀ ਹਾਂ ਕਿ ਆਲ ਪਾਰਟੀ ਮੀਟਿੰਗਸ ਕਰਕੇ ਇਹਨਾਂ ਨੂੰ ਹੱਲ ਕਰਨੇ ਚਾਹੀਦੇ। ਔਰ ਜਿਹੜੇ ਅਸਲੀ ਤੌਰ ਦੇ ਉੱਤੇ ਕੰਮ ਲੋਕਾਂ ਦੇ ਕਰਨ ਵਾਲੇ ਆ ਉਹ ਕਰਨੇ ਚਾਹੀਦੇ ਆ। ਕੋਈ ਜੱਫੀ ਪਾਵੇ, ਕੋਈ ਹੱਥ ਮਿਲਾਵੇ, ਇਹ ਤਾਂ ਉਹਨਾਂ ਦੀਆਂ ਪਰਸਨਲ ਗੱਲਾਂ ਨੇ ਜੀ। ਇਹਨੂੰ ਵੀ ਪਤਾ ਨਹੀਂ ਮੀਡੀਆ ਨੇ ਕਿਉਂ ਕਿੱਡਾ ਵੱਡਾ ਮੁੱਦਾ ਸਮਝ ਲਿਆ ਵੀ ਜੱਫੀ ਪਾ ਲਈ। ਜੇ ਉਹ ਦੋਨੋਂ ਮਿਲ ਵੀ ਪਏ ਹੋਣਗੇ ਤਾਂ ਕਿਹੜਾ ਪਹਾੜ ਡਿੱਗ ਪਿਆ ਜੀ, ਕਿਹੜਾ ਕੌਮ ਦਾ ਕਿਤੇ ਬੜੀ ਸ਼ਕਤੀ ਬਣ ਗਈ। ਦੋਵਾਂ ਦੀ ਭਾਵਨਾਵਾਂ ਨਹੀਂ ਜੁੜੀਆਂ ਹੁੰਦੀਆਂ ਜੀ, ਤੁਹਾਡੇ ਨਾਲ ਹੀ ਬਹੁਤ ਜੁੜੀਆਂ ਹੋਣ। ਤੇ ਮੈਂ ਕਿਸੇ ਕੋਲ ਖਲੋ ਜਾਂਗੀ ਤੇ ਮੈਂ ਉਹਦੇ ਨਾਲ ਤੁਰ ਜਾਣਾ। ਭਾਵਨਾਵਾਂ ਜੁੜੀਆਂ ਨੇ। ਹੁਣ ਸਾਡੇ ਕੋਲ ਕਈ ਲੀਡਰ ਆਉਂਦੇ, ਆਮ ਆਦਮੀ ਪਾਰਟੀ ਦੇ ਮਿਲ ਪੈਂਦੇ ਆ, ਕਾਂਗਰਸ ਵਾਲੇ ਵੀ ਮਿਲਦੇ ਆ, ਬੀਜੇਪੀ ਵਾਲੇ ਅਸੀਂ ਫਤਿਹ ਬੁਲਾਉਂਦੇ ਹੀ ਹਾਲ ਚਾਲ ਵੀ ਪੁੱਛਦੇ ਆ, ਦੁੱਖ ਸੁੱਖ ਵੀ ਪੁੱਛਦੇ ਆ, ਇੱਕ ਦੂਜੇ ਕੋਲ ਬੈਠ ਵੀ ਜਾਂਦੇ ਆ। ਅਤੇ ਇਹਦੇ ਨਾਲ ਭਾਵਨਾਵਾਂ ਨੂੰ ਕੀ ਹੁੰਦਾ? ਇਹਨਾਂ ਕੀ ਹੋ ਜਾਂਦਾ ਦੱਸੋ? ਜੇ ਉਹ ਆਪਸ 'ਚ ਨਹੀਂ, ਇਹ ਤਾਂ ਉਹਨਾਂ ਨੂੰ ਪਤਾ ਹੋਏਗਾ ਨਾ ਵੀ ਤੁਸੀਂ ਮਿਲੇ ਕਿਸ ਤਰੀਕੇ ਨਾਲ, ਤੁਹਾਡੀ ਕੀ ਸਾਂਝ ਹੋਈ ਹੈ ਜਾਂ ਕੀ ਹੋਇਆ। ਮੈਂ ਤਾਂ ਇਹ ਕਹਾਂਗੀ ਕਿ ਕੋਈ ਐਸੇ ਹੱਥ ਮਿਲਾਉਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੀ। ਅਤੇ ਨਾਲੇ ਅਸੀਂ ਕਹਿੰਦੇ ਹਾਂ ਕਿ ਸਮਾਜ ਹੈ ਸਾਡਾ, ਸਮਾਜ ਦੇ ਵਿੱਚ ਇੱਕ ਦੂਜੇ ਨੂੰ ਅਸੀਂ ਬੋਲਦੇ ਵੀ ਹਾਂ, ਗੱਲਾਂ ਵੀ ਕਰਦੇ ਹਾਂ, ਦੁੱਖਾਂ ਸੁੱਖਾਂ 'ਚ ਵੀ ਜਾਂਦੇ ਹਾਂ। ਹੁਣ ਬਾਦਲ ਸਾਹਿਬ ਦੀ ਡੈਥ ਹੋਈ ਹੈ, ਵੱਡੇ ਬਾਦਲ ਸਾਹਿਬ ਦੀ, ਉਹਨੂੰ ਸਾਰਿਆਂ ਨੇ ਬਜ਼ੁਰਗ ਵੀ ਸਮਝਿਆ ਅਤੇ ਵੱਡਾ ਲੀਡਰ ਵੀ ਸਮਝਿਆ। ਮੇਰਾ ਖਿਆਲ ਕੋਈ ਪਾਰਟੀ ਰਹੀ ਹੈ ਜਿਹਦਾ ਕੋਈ ਲੀਡਰ ਨਾ ਆਇਆ ਹੋਵੇ। ਸਾਰੇ ਗਏ ਕਿ ਨਹੀਂ? ਆ ਦੁੱਖਾਂ ਸੁੱਖਾਂ ਸਾਰੇ ਗਏ ਆਪਾਂ। ਚਲੋ ਸਾਡਾ ਤਾਂ ਉਹਨੇ ਬਾਪ ਦਾ ਰੋਲ ਅਦਾ ਕੀਤਾ, ਅਸੀਂ ਤਾਂ ਜਾਣਾ ਹੀ ਸੀ। ਪਰ ਜਿਹੜੇ ਲੋਕ ਉਹਨਾਂ ਨੂੰ ਕਿਲੋ ਦੀਆਂ ਗਾਲਾਂ ਕੱਢਦੇ ਸੀਗੇ, ਸਾਹ ਨਾਲ ਗਾਲਾਂ ਕੱਢਦੇ, ਉਹ ਵੀ ਗਏ ਕਿਉਂ? ਸਮਾਜੀ ਸਾਡੀਆਂ ਰੀਤੀ ਰਿਵਾਜ ਨੇ, ਸਾਡੇ ਸਮਾਜੀ ਸਾਂਝਾਂ ਨੇ। ਦੁੱਖਾਂ ਸੁੱਖਾਂ 'ਚ ਇਕੱਠੇ ਹੋਣਾ ਹੁੰਦਾ। ਇਹਨੂੰ ਸੀਰੀਅਸਲੀ ਗੱਲ ਲੈਣੀ ਚਾਹੀਦੀ ਵੀ ਕਿਸੇ ਨੇ ਹੱਥ ਮਿਲਾ ਲਿਆ, ਕਿਸੇ ਨੇ ਜੱਫੀ ਪਾ ਲਈ। ਇਹ ਮੈਨੂੰ ਤਾਂ ਲੱਗਦਾ ਨਹੀਂ ਉਹਨਾਂ ਦੇ ਅੰਦਰ ਕੀ ਹੈ, ਮੈਨੂੰ ਨਹੀਂ ਪਤਾ ਇਸ ਗੱਲ ਦਾ। ਪੰਜਾਬ ਦੇ ਮੁੱਦੇ, ਲੋਕਾਂ ਦੇ ਮੁੱਦੇ ਵੱਡੇ ਹੋਣੇ ਚਾਹੀਦੇ ਜਾਂ ਫਿਰ ਕਿੰਤੂ ਪਰੰਤੂ ਇਸੇ ਤਰੀਕੇ ਨਾਲ ਕਦੇ ਟਵੀਟ ਕਰਤੇ, ਕਦੇ ਬੋਲ ਦਿੱਤੇ? ਹੋਣਾ ਹੀ ਨਹੀਂ ਚਾਹੀਦਾ। ਕਿਉਂ ਟਾਈਮ ਵੇਸਟ ਕਰਦੇ ਆ, ਕਿਉਂ એનર્ਜੀ ਵੇਸਟ ਕਰਦੇ ਆ, ਕਿਉਂ ਲੋਕਾਂ 'ਚ ਦੁਬਦਾ ਪਾਉਂਦੇ ਆ? ਪੰਜਾਬ ਦੇ ਮੁੱਦੇ ਲੈ ਕੇ ਬੈਠ ਕੇ ਹੋਏ ਇਕੱਤਰ ਹੋ ਕੇ ਸਾਨੂੰ ਹੱਲ ਕਰਨੇ ਚਾਹੀਦੇ। ਜੀ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਾਬਕਾ ਪ੍ਰਧਾਨ ਐਜੀਪੀਸੀ ਬੀਬੀ ਜਗੀਰ ਕੌਰ ਸੀਗੇ। ਸਾਫ਼ ਤੌਰ 'ਤੇ ਅਸੀਂ ਸਵਾਲ ਰੱਖੇ ਅਤੇ ਇਹਨਾਂ ਨੇ ਜਵਾਬ ਦਿੱਤੇ। ਤੁਸੀਂ ਵੀ ਇਸ ਇੰਟਰਵਿਊ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਸਵਾਲ ਕੋਈ ਵੀ ਨੇ ਤੁਹਾਡੇ ਜ਼ਿਹਨ ਦੇ ਵਿੱਚ ਜੂ ਸਾਂਝੇ ਕਰਿਓ। ਕੈਮਰੇ ਸਹਿਯੋਗ ਦੇ ਸੀ ਸ਼ਿਵਾ, ਧੰਨਵਾਦ।